ਪੱਖ ਦੀਆਂ ਖਬਰਾਂ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ। ਮੈਂ ਦਵਿੰਦਰ ਤੂਰ ਤੇ ਮੇਰੇ ਨਾਲ ਗੈਲਰੀ ਤੋਂ ਜੁੜ ਰਹੇ ਨੇ ਹਰਪ੍ਰੀਤ ਰੰਧਾਵਾ ਜੀ ਤੇ ਦੂਜੇ ਪਾਸੇ ਟੋਰਾਂਟੋ ਤੋਂ ਪਰਮਿੰਦਰ ਸਿੰਘ ਜੀ ਤੇ ਕੁਲਬੀਰ ਸਿੰਘ ਥਿੰਦ ਜੀ। ਤੁਹਾਡਾ ਸਾਰਿਆਂ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦਾ ਬਹੁਤ-ਬਹੁਤ ਸਵਾਗਤ। ਧੰਨਵਾਦ ਦਵਿੰਦਰ ਜੀ। ਪੰਜਾਬ ਦੇ ਵਿੱਚ ਸਰਬੱਤ ਖਾਲਸਾ ਬੁਲਾਉਣ ਦੀ ਮੰਗ ਉੱਠਦੀ ਜਾ ਰਹੀ ਆ। ਰੀਜ਼ਨ ਇਹੀ ਆ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹਨਾਂ ਨੂੰ ਜਿਹੜੀ ਸਰਸੇ ਦੇ ਮੁਖੀ ਗੁਰਮਿਤ ਰਾਮ ਰਹੀਮ ਨੂੰ ਜਿਹੜੀ ਸਜ਼ਾ ਮਾਫੀ ਦਿੱਤੀ ਸੀ ਉਸ ਦੇ ਵਿਰੁੱਧ ਵਿੱਚ ਜਿਹੜੇ ਲੋਕੀ ਨੇ ਪ੍ਰਦਰਸ਼ਨ ਵੀ ਕਰ ਰਹੇ ਨੇ। ਹਾਲਾਂਕਿ ਪੰਜਾਬ ਬੰਦ ਦਾ ਸੱਦਾ ਇੰਨਾ ਪ੍ਰਭਾਵਸ਼ਾਲੀ ਨਹੀਂ ਰਿਹਾ। ਹੁਣ ਜਦੋਂ ਸਰਬੱਤ ਖਾਲਸਾ ਸੱਦਣ ਦੀ ਮੰਗ ਕੀਤੀ ਜਾ ਰਹੀ ਆ, ਇਹ ਕੋਈ ਪਹਿਲੀ ਵਾਰ ਤਾਂ ਨਹੀਂ ਸੱਦਿਆ ਜਾ ਰਿਹਾ, ਪਰ ਜੇ ਸਰਬੱਤ ਖਾਲਸਾ ਦੀ ਮੰਗ ਆ, ਕਿੰਨੇ ਹੀ ਜਣਿਆਂ ਤੋਂ ਪੁੱਛਣਾ ਚਾਹੂੰਗਾ ਕਿ ਇਹ ਮੰਗ ਜਾਇਜ਼ ਹੈ ਜਾਂ ਨਹੀਂ। ਸ਼ੁਰੂ ਕਰਦੇ ਹਾਂ ਥਿੰਦ ਸਾਹਿਬ ਤੋਂ। ਮੈਂ ਜਿੱਦਣ ਪਹਿਲਾਂ ਵੀ ਇੱਕ ਦਿਨ ਆਪਣੀ ਗੱਲਬਾਤ ਹੋਈ ਸੀ ਇਸ ਮੁੱਦੇ ਤੇ, ਮੈਂ ਉਦਣ ਵੀ ਇਹ ਗੱਲ ਕੀਤੀ ਸੀ ਕਿ ਮੈਂ ਉਸ ਦਿਨ ਵੀ ਮੈਂ ਸਿੱਖੀਜ਼ਮ ਤੋਂ ਔਰ ਜਿਹੜੀ ਪੁਰਾਣੀਆਂ ਗੱਲਾਂ ਤੋਂ ਉੱਪਰ ਉੱਠ ਕੇ ਗੱਲ ਕੀਤੀ ਸੀ। ਮੈਂ ਉਹਨਾਂ ਗੱਲਾਂ ਨੂੰ ਛੱਡ ਕੇ ਗੱਲ ਕੀਤੀ ਸੀ ਕਿ ਅਗਰ ਸਿੰਘ ਸਾਹਿਬਾਨਾਂ ਨੇ ਉਹਨੂੰ ਮਾਫ ਕੀਤਾ ਸਿੱਖਾਂ ਵਿੱਚ ਔਰ ਉਹਨਾਂ ਦੀ ਕਮਿਊਨਿਟੀ ਦੇ ਵਿੱਚ ਕਿ ਜਿਹੜੀ ਵਿੱਥ ਹੈਗੀ ਪੈ ਰਹੀ, ਜਿਹੜੀ ਉਹਨਾਂ ਦੇ ਵਿੱਚ ਮਨਾਂ ਦੇ ਵਿੱਚ ਜਿਹੜੀ ਦਰਾਰ ਪੈ ਰਹੀ ਆ, ਉਹਨੂੰ ਘੱਟ ਕਰਨ ਵਾਸਤੇ ਮਾਫ ਕੀਤਾ, ਤਾਂ ਮੈਂ ਉਸ ਦਿਨ ਵੀ ਕਿਹਾ ਸੀਗਾ ਕਿ ਉਹਨੂੰ ਮਾਫੀ ਕਰ ਦੇਣਾ ਚਾਹੀਦਾ ਔਰ ਸਿੱਖਾਂ ਨੂੰ ਵੱਡਾ ਦਿਲ ਕਰਕੇ ਵੱਡਾ ਜਿਗਰਾ ਕਰਕੇ ਇਸ ਚੀਜ਼ ਨੂੰ ਐਕਸੈਪਟ ਕਰਨਾ ਚਾਹੀਦਾ ਔਰ ਅਕਾਲ ਤਖਤ ਸਾਹਿਬ ਦਾ ਹੁਕਮ ਸੀਗਾ। ਪਰਮਿੰਦਰ ਸਿੰਘ ਜੀ, ਮੈਂ ਇੱਥੇ ਦਵਿੰਦਰ ਜੀ ਇਹੀ ਕਹਿਣਾ ਚਾਹੂੰਗਾ ਕਿ ਸਰਬੱਤ ਖਾਲਸਾ ਬੁਲਾਇਆ ਜਾਣਾ ਚਾਹੀਦਾ, ਬਹੁਤ ਜ਼ਰੂਰੀ ਹੈ। ਇਸ ਮੌਕੇ ਦੇ ਉੱਤੇ ਤਾਂ ਬਹੁਤ ਜ਼ਿਆਦਾ ਜ਼ਰੂਰੀ ਆ, ਪਰ ਥੋੜ੍ਹੀਆਂ ਜਿਹੀਆਂ ਜਿਹੜੀਆਂ ਉੱਤੇ ਸ਼ਾਰਟਕਮਿੰਗਸ ਜ਼ਰੂਰ ਸਾਨੂੰ ਦੇਖਣ ਸੁਣਨ ਨੂੰ ਮਿਲਦੀਆਂ ਪਈਆਂ। ਇੱਕ ਸਮਾਂ ਜਿਹੜਾ ਆ ਉਹ ਕਾਫੀ ਘੱਟ ਹੈਗਾ ਆ ਐਡੀ ਵੱਡੀ ਗੈਦਰਿੰਗ ਕਰਨ ਦੇ ਲਈ। ਮੇਰੀ ਪਿੱਛੇ ਜੇ ਦਲ ਖਾਲਸਾ ਦੇ ਪ੍ਰੈਜ਼ੀਡੈਂਟ ਜਿਹੜੇ ਹੈਗੇ ਉਹਨਾਂ ਨਾਲ ਮੇਰੀ ਗੱਲ ਹੋਈ ਸੀਗੀ ਅਤੇ ਉਹ ਇਹ ਕਹਿੰਦੇ ਪਏ ਸੀਗੇ ਕਿ ਇਹ ਬੁਲਾਇਆ ਤਾਂ ਜਾਣਾ ਜ਼ਰੂਰੀ ਚਾਹੀਦਾ ਹੈ। ਇੱਦਾਂ ਦੇ ਮੌਕੇ ਦੇ ਉੱਤੇ ਜਦੋਂ ਤੁਹਾਨੂੰ ਕੋਈ ਵੀ ਸਿਚੁਏਸ਼ਨ ਨਾ ਕਲੀਅਰ ਹੋਵੇ ਉਦੋਂ ਸਰਬੱਤ ਖਾਲਸਾ ਹੀ ਬੁਲਾਉਣਾ ਚਾਹੀਦਾ ਆ। ਪਰ ਦੂਜੇ ਪਾਸੇ ਉਹ ਕਹਿੰਦੇ ਸੀਗੇ ਕਿ ਇੱਕ ਜਿਹੜਾ ਉਹਦੇ ਲਈ ਸਾਡੇ ਕੋਲ ਜਿਹੜਾ ਸਰਬੱਤ ਖਾਲਸਾ ਦੇ ਵਿੱਚ ਕੀ ਅਸੀਂ ਡਿਸਕਸ ਕਰਨਾ ਆ, ਉਹ ਚੀਜ਼ਾਂ ਜਿਹੜੀਆਂ ਉਹ ਪਹਿਲਾਂ ਤੋਂ ਹੀ ਤਿਆਰ ਹੋ ਤੋਂ ਉਹਦੇ ਉੱਤੇ ਪਹਿਲਾਂ ਹੀ ਸਾਡੇ ਨਾਲ ਜਿਹੜੀਆਂ ਮੀਟਿੰਗਸ ਹੈਗੀਆਂ ਉਹ ਹੋਣੀਆਂ ਸ਼ੁਰੂ ਹੋ ਜਾਣੀਆਂ ਚਾਹੀਦੀਆਂ, ਤਾਂ ਕਿ ਜਿਹੜੇ ਮੁੱਦੇ ਹੈਗੇ ਆ ਉਹ ਉਸ ਟਾਈਮ ਤੱਕ ਸਾਡੇ ਕੋਲ ਤਿਆਰ ਹੋਣ ਅਤੇ ਉਹਦੇ ਉੱਤੇ ਸਿਰਫ ਫੈਸਲਾ ਲੈਣ ਦਾ ਜਿਹੜੀ ਗੱਲ ਹੈ ਕਿ ਉਹ ਬਾਕੀ ਰਹਿ ਜਾਵੇ। ਤਾਂ ਕਿ ਅਸੀਂ ਜਿੱਦਾਂ ਨਾਰਥ ਅਮਰੀਕਾ ਦੇ ਵਿੱਚ ਆ ਤਾਂ ਉਹ ਕਹਿੰਦੇ ਸੀਗੇ ਇੱਕ ਇੱਥੇ ਮੀਟਿੰਗ ਕਰ ਲਓ, ਉਸ ਤੋਂ ਬਾਅਦ ਯੂਰਪ ਦੇ ਵਿੱਚ ਇੱਕ ਕਰ ਲਓ ਔਰ ਇੰਡੀਆ ਦੇ ਵਿੱਚ ਇੱਕ। ਸੋ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਉਹ ਕਹਿੰਦੇ ਸੀ ਕਿ ਤੁਸੀਂ ਮੀਟਿੰਗਸ ਕਰਕੇ ਉਸ ਤੋਂ ਬਾਅਦ ਸਰਬੱਤ ਖਾਲਸਾ ਜਦੋਂ ਬੁਲਾਇਆ ਜਾਣਾ ਆ ਉਦੋਂ ਤੱਕ ਸਾਰੇ ਤਿਆਰ ਹੋਣ ਫੈਸਲਾ ਲੈਣ ਦੇ ਲਈ। ਔਰ ਜੇ ਅਸੀਂ ਇਸ ਚੀਜ਼ ਨੂੰ ਇਸ ਪੂਰੀ ਘਟਨਾਕ੍ਰਮ ਨੂੰ ਦੇਖੀਏ ਕਿ ਹਾਂਜੀ ਉੱਥੇ ਮਾਫ ਕਰ ਦੇਣਾ ਚਾਹੀਦਾ ਸੀ ਜਾਂ ਨਹੀਂ ਕਰ ਦੇਣਾ ਚਾਹੀਦਾ ਸੀਗਾ, ਗੱਲ ਸਿੰਪਲ ਹੈਗੀ ਆ ਕਿ ਗੁਰਬਾਣੀ ਦੇ ਅਨੁਸਾਰ ਕੀ ਇਹ ਮੁਆਫੀਨਾਮਾ ਜਿਹੜਾ ਹੈਗਾ ਆ ਉਹ ਭੇਜਿਆ ਗਿਆ, ਕੀ ਉਹ ਅਸੈਪਟੇਬਲ ਹੈਗਾ ਜਾਂ ਨਹੀਂ ਹੈਗਾ, ਜਾਂ ਗੁਰੂ ਮਰਿਆਦਾ ਦੇ ਅਨੁਸਾਰ ਇਸ ਨੂੰ ਕਿਸ ਤਰ੍ਹਾਂ ਲਿਆ ਜਾਣਾ ਚਾਹੀਦਾ ਸੀਗਾ। ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਫੈਸਲਾ ਲਿਆ ਗਿਆ ਸੀ ਉਹ ਸ਼ਾਇਦ ਸਿੱਖ ਸੰਗਤ ਨੂੰ ਪ੍ਰਵਾਨ ਨਹੀਂ ਹੈਗਾ। ਦਵਿੰਦਰ ਜੀ, ਇੱਥੇ ਗੱਲ ਇਹ ਆ ਕਿ ਜਿੱਦਾਂ ਆਪਾਂ ਸਰਬੱਤ ਖਾਲਸਾ ਦੀ ਗੱਲ ਕਰਨੇ ਆ, ਜੋ ਸਰਬੱਤ ਖਾਲਸਾ ਤੋਂ ਮੈਨੂੰ ਸਮਝ ਆਉਂਦਾ ਹੈ ਸਰਬੱਤ ਦਾ ਮਤਲਬ ਕਿ ਸਾਰੇ ਜਿਹੜੇ ਸਿੱਖ ਨੇ ਆਲ ਓਵਰ ਵਰਲਡ 'ਚ ਉਹਨਾਂ ਨੂੰ ਇਨਵੋਲਵ ਕੀਤਾ ਜਾਵੇ। ਪਹਿਲੇ ਟੈਕਨੀਕਲ ਕੁਐਸਚਨ ਤੇ ਹੈ ਕਿ ਅਕਤੂਬਰ 12 ਤੱਕ ਜਾਂ ਅਕਤੂਬਰ ਲਾ ਲਓ ਕਿ ਅਕਤੂਬਰ ਦੇ ਮਹੀਨੇ ਤੱਕ ਜਾਂ ਸਾਲ ਵਿੱਚ ਕੀ ਅਸੀਂ ਸਾਰੇ ਸਿੱਖਾਂ ਦੇ ਵਿਊਜ਼ ਲੈ ਵੀ ਸਕਦੇ ਹਾਂ। ਆਈ ਐਮ ਵੈਰੀ ਸ਼ੋਰ ਕਿ ਹਰ ਬੰਦੇ ਦੇ ਵਿਊਜ਼ ਡਿਫਰੈਂਟ ਨੇ। ਨਾਲ ਜੇ ਆਪਾਂ ਪੰਜਾਬ ਦੀ ਕਰੰਟ ਸਿਚੁਏਸ਼ਨ ਤੇ ਹੁਣ ਨਿਗਾਹ ਮਾਰੀਏ ਦਵਿੰਦਰ ਜੀ, ਜਿਹੜੀਆਂ ਤੇ ਅਕਾਲੀ ਦਲ ਵਾਲੀਆਂ ਪਾਰਟੀਆਂ ਨੇ ਉਹ ਸਾਰੀਆਂ ਸਪੋਰਟ ਕਰਨ ਦੀਆਂ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਪੋਰਟ ਕਰਨ ਦੀ ਆ। ਬਾਕੀ ਜਿਹੜੇ ਦੂਜੇ ਪਾਸੇ ਜਿਹੜੇ ਲਾ ਲਓ ਆਮ ਸਿੱਖਸ ਨੇ ਕਾਫੀ ਹੱਦ ਤੱਕ ਉਹ ਵੀ ਇਹ ਸਪੋਰਟ ਕਰਨ ਦੇ ਨੇ, ਤੇ ਜਿਹੜੀਆਂ ਇਹਨਾਂ ਦੇ ਐਂਟੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਵੀ ਸਰਬੱਤ ਖਾਲਸਾ ਬੁਲਾਉਣ ਦੇ ਹੱਕ ਵਿੱਚ ਆ। ਪਰ ਇਹ ਸਾਰਿਆਂ ਨੂੰ ਪਤਾ ਆਪਾਂ ਨੂੰ ਸਿਸਟਮ ਖਰਾਬ ਆ, ਬਟ ਕੀ ਸਰਬੱਤ ਖਾਲਸਾ ਬੁਲਾ ਕੇ ਇਸ ਜਥੇਦਾਰ ਨੂੰ ਹਟਾ ਕੇ ਦੂਜਾ ਜਥੇਦਾਰ ਅਪੁਆਇੰਟ ਕਰਕੇ ਅਸੀਂ ਪ੍ਰੋਬਲਮ ਸੋਲਵ ਕਰ ਲਾਂਗੇ? ਕਿਤੇ ਨਾ ਕਿਤੇ ਫਿਰ ਇਹ ਨਹੀਂ ਲੱਗਦਾ ਕਿ ਅਸੀਂ ਜੇ ਇੱਕ ਲੀਡਰ ਹਟਾਇਆ ਦੂਜਾ ਲੀਡਰ ਲਿਆਂਦਾ, ਫਿਰ ਉਹ ਲੀਡਰ ਜੇ ਫਿਰ ਤੋਂ ਕੰਟਰੋਲ ਜੇ ਉਹਨਾਂ ਗੱਲ ਸੁਣੇ ਬਾਦਲ ਸਾਹਿਬ ਦੀ ਜਾਂ ਕਿ ਹੋਰ ਦੀ, ਲੈਟਸ ਨਾਟ ਸੇ ਕਿ ਬਾਦਲ ਸਾਹਿਬ ਦੀ, ਜਾਂ ਫਿਰ ਉਹ ਰੋਲ ਨਾ ਅਦਾ ਕਰ ਪਏ ਜੋ ਉਹਨੇ ਕਰਨਾ ਚਾਹੀਦਾ, ਤੇ ਫਿਰ ਸਰਬੱਤ ਖਾਲਸਾ ਦਾ ਸ਼ਾਇਦ ਪਰਪਸ ਹੱਲ ਨਹੀਂ ਹੋਊਗਾ। somehow
ਸਾਨੂੰ ਇਹ ਸਾਰਾ ਸਿਸਟਮ ਠੀਕ ਕਰਨ ਦੀ ਲੋੜ ਆ, ਜਿਹਨੂੰ ਆਈ ਡੋਂਟ ਥਿੰਕ ਕਿ ਅਸੀਂ ਇੱਕੋ ਦਮ ਠੀਕ ਕਰ ਸਕਦੇ ਹਾਂ। ਹਰਪ੍ਰੀਤ ਜੀ, ਤੁਸੀਂ ਦਵਿੰਦਰ ਜੀ ਇੱਕ ਮਿੰਟ, ਮੈਂ ਇੱਕ ਚੀਜ਼ ਬਹੁਤ ਜ਼ਰੂਰੀ ਸਮਝਦਾ ਇੱਥੇ ਮੈਂਸ਼ਨ ਕਰਨੀ ਕਿ ਇੱਕ ਜਿਹੜਾ ਇਹਦੇ ਵਿੱਚ ਮੁੱਦਾ ਬਣਦਾ ਪਿਆ ਆ ਇਸ ਸਮੇਂ ਜੋ ਇਹ ਘਟਨਾਕ੍ਰਮ ਵਾਪਰਿਆ ਹੈ, ਉਸ ਤੋਂ ਬਾਅਦ ਜੋ ਮੁੱਦਾ ਬਣਦਾ ਪਿਆ ਹੈ, ਔਰ ਇਹ ਸ਼ਾਇਦ ਜਥੇਦਾਰ ਵੇਦਾਂਤੀ ਜਿਹੜੇ ਸੀਗੇ ਉਹਨਾਂ ਨੇ ਵੀ ਇਹ ਪ੍ਰਪੋਜ਼ਲ ਪ੍ਰੈਜ਼ੈਂਟ ਕੀਤਾ ਸੀਗਾ ਕਿ ਜਿਹੜੇ ਸਾਡੇ ਤਖਤਾਂ ਦੇ ਜਥੇਦਾਰ ਆ ਉਹਨਾਂ ਦੀ ਜਿਹੜੀ ਅਪਾਇੰਟਮੈਂਟ ਹੈਗੀ ਆ ਉਹ ਇੱਕ ਇੰਡੀਵਿਜੂਅਲ ਬੋਡੀ ਫਾਰਮ ਕੀਤੀ ਜਾਵੇ, ਉਹ ਅਪਾਇੰਟਮੈਂਟ ਕਰੇ, ਉਹਦਾ ਅਕਾਲੀ ਦਲ ਦੇ ਨਾਲ ਜਾਂ ਉਹਦਾ ਸ਼੍ਰੋਮਣੀ ਕਮੇਟੀ ਦੇ ਨਾਲ ਕੋਈ ਲੈਣਾ ਦੇਣਾ ਨਾ ਹੋਵੇ। ਸੋ ਉਹ ਇਹੋ ਜਿਹਾ ਬੰਦਾ ਪਰਮਿੰਦਰ ਜੀ ਫਿਜ਼ੀਕਲੀ ਇਹ ਚੀਜ਼ ਪੋਸੀਬਲ ਨਹੀਂ ਹੈਗੀ, ਕਿਉਂਕਿ ਅਸੀਂ ਦੇਖਦੇ ਹਾਂ ਕਿ ਉੱਥੇ ਧਰਮ ਤੇ ਰਾਜਨੀਤੀ ਨੂੰ ਕਿੱਦਾਂ ਇੱਕ ਦੂਸਰੇ ਵਿੱਚ ਘਸੋੜ ਦਿੱਤਾ ਜਾਂਦਾ ਬੇਸਿਕਲੀ ਜ਼ਬਰਦਸਤੀ। ਤੇ ਹੁੰਦਾ ਤੇ ਇਦਾਂ ਹੀ ਸੀਗਾ, ਅਕਾਲ ਤਖਤ ਸਾਹਿਬ ਦੇ ਜਥੇਦਾਰ ਚੁਣ ਹੁੰਦਾ ਸੀਗਾ, ਪਹਿਲਾਂ ਇਸ ਤਰ੍ਹਾਂ ਹੀ ਚੁਣਿਆ ਜਾਂਦਾ ਸੀਗਾ, ਪਰ ਹੌਲੀ ਹੌਲੀ ਕੀ ਆ ਕਿ ਉਹ ਰਾਜਨੀਤੀ ਜਿਹੜੀ ਹੈਗੀ ਹੈ ਧਰਮ ਵਿੱਚ, ਜਿੱਦਾਂ ਕਿ ਉੱਥੇ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਹਾਂ, ਧਰਮ ਤੇ ਰਾਜਨੀਤੀ ਨੂੰ ਇੰਡੀਆ ਵਿੱਚ ਇਨਵੋਲਵ ਕੀਤਾ ਜਾਂਦਾ, ਦੋਨਾਂ ਨੂੰ ਇਕੱਠਿਆਂ ਲੈ ਕੇ ਤੁਰਿਆ ਜਾਂਦਾ, ਚਾਹੇ ਵੋਟਾਂ ਲਈ ਚਾਹੇ ਕਿਸੇ ਵੀ ਗੱਲ ਲਈ, ਤੇ ਉਹ ਹੌਲੀ ਹੌਲੀ ਇੱਥੇ ਤੱਕ ਇਨਵੋਲਵ ਹੋ ਗਈ ਆ। ਮੈਂ ਗੱਲ ਕਰਦਾ ਸਰਬੱਤ ਖਾਲਸਾ ਬੁਲਾਉਣ ਦੀ, ਠੀਕ ਆ, ਸਿੱਖ ਜਗਤ ਨੂੰ ਰੋਸ ਆ ਸਰਬੱਤ ਖਾਲਸਾ ਬੁਲਾਉਣਾ, ਕੀ ਗੱਲ ਪਰਮਿੰਦਰ ਜੀ ਦੀ ਹੋਈ, ਕੀ ਪ੍ਰਪੇਅਰ ਅਸੀਂ ਕੀ ਕਰਨਾ ਚਾਹੁੰਦੇ ਹਾਂ? ਕੀ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਉਹਨਾਂ ਨੂੰ ਉਹਦੇ ਅਹੁਦੇ ਤੋਂ ਹਟਾਉਣਾ ਚਾਹੁੰਦੇ ਹਾਂ? ਕੀ ਅਸੀਂ ਜਿਹੜੀ ਬਾਬੇ ਨੂੰ ਮਾਫੀ ਦਿੱਤੀ ਆ ਉਹਨੂੰ ਰੀਕਨਸੀਡਰ ਕਰਨਾ ਚਾਹੁੰਦੇ ਹਾਂ? ਕੀ ਕਰਨਾ ਚਾਹੁੰਦੇ ਹਾਂ ਅਸੀਂ ਸਰਬੱਤ ਸਾਹਿਬ ਲਾ ਕੇ? ਇੱਥੇ ਥਿੰਨ ਸਾਹਿਬ ਮੈਂ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਚਾਹੁੰਦਾ। 1999 ਦੇ ਵਿੱਚ ਅਗਰ ਤੁਹਾਨੂੰ ਯਾਦ ਹੋਵੇ, ਰਣਜੀਤ ਸਿੰਘ ਜਿਹੜੇ ਕਿ ਅਕਾਲ ਤਖਤ ਦੇ ਜਥੇਦਾਰ ਸੀਗੇ ਉਸ ਟਾਈਮ ਤੇ ਉਹਨਾਂ ਨੂੰ ਹਟਾਇਆ ਗਿਆ ਸੀਗਾ, ਤੇ ਉਹਨਾਂ ਨੂੰ ਕਿਹੜੀ ਪ੍ਰੋਸੈਸ ਦੇ ਥਰੂ ਹਟਾਇਆ ਗਿਆ ਸੀਗਾ? 1999 ਤੋਂ ਬਾਅਦ ਹੁਣ ਤੱਕ ਜੇ ਸੰਗਤ ਚਾਹੁੰਦੀ ਹੈ, ਸਿੱਖ ਜਗਤ ਚਾਹੁੰਦਾ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾਉਣ ਤੇ ਹਟਾ ਕੇ ਹੋਰ ਕਿਸੇ ਨੂੰ ਬਣਾਉਣਾ ਚਾਹੁੰਦੇ ਤਾਂ ਬਣਾ ਲੈਣ, ਪਰ ਇਸ ਗੱਲ ਦੀ ਕੀ ਗਾਰੰਟੀ ਹੈ, ਜਿੱਦਾਂ ਤੁਸੀਂ ਪਹਿਲਾਂ ਵੀ ਕਿਹਾ ਕਿ ਉਹ ਕਿਸੇ ਪੋਲੀਟੀਕਲ ਪਾਰਟੀ ਨਾਲ ਇਨਵੋਲਵ ਨਹੀਂ ਹੋਣਗੇ ਜਾਂ ਉਹਨਾਂ ਦੇ ਫੈਸਲੇ ਆਉਣਗੇ ਨੂੰ ਮਨਜ਼ੂਰ ਹੀ ਹੋਣਗੇ? ਇਹਦੇ ਉੱਤੇ ਹੀ ਫੈਸਲਾ ਕੀਤਾ ਜਾਣਾ ਆ, ਇਹੀ ਪ੍ਰੋਸੈਸ ਜਿਹੜਾ ਹੈਗਾ ਆ ਉਸ ਨੂੰ ਫਾਰਮੇਸ਼ਨ ਕੀਤੀ ਜਾਣੀ ਆ ਤਾਂ ਕਿ ਉਹਦੇ ਉੱਤੇ ਪੋਲੀਟੀਕਲ ਸ਼ੈਡੋ ਜਿਹੜੀ ਹੈਗੀ ਆ ਉਹ ਘੱਟ ਤੋਂ ਘੱਟ ਰਵੇ, ਔਰ ਉਹਨਾਂ ਨੂੰ ਜਿਹੜੇ ਜਥੇਦਾਰ ਨਹੀਂ ਚੰਗੇ ਤਰੀਕੇ ਨਾਲ ਕੰਮ ਕਰਨਗੇ ਜਾਂ ਕਿਸੇ ਦਾ ਪੱਖਪਾਤ ਕਰਨਗੇ ਉਹਨਾਂ ਦੇ ਲਈ ਕੀ ਅੱਗੇ ਜਿਹੜੇ ਉਹਨਾਂ ਨੂੰ ਹਟਾਉਣ ਦੀ ਕੀ ਵਿਵਸਥਾ ਹੋਊਗੀ, ਔਰ ਨਾ ਆਹ ਵਾਲੀ ਸਿਚੁਏਸ਼ਨ ਜਿਹੜੀ ਹੁਣ ਇਸ ਟਾਈਮ ਬਣੀ ਹੋਈ ਹੈ ਇਹ ਸਿਚੁਏਸ਼ਨ ਨਾ ਆਵੇ ਦੁਬਾਰਾ। ਸੋ ਇਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਿਨ ਸਾਹਿਬ ਇੱਥੇ I think it is a big issue ਇਸ ਟਾਈਮ ਦੇ ਉੱਤੇ, ਬਿਗ ਇਸ਼ੂ ਹੈਗਾ। ਮੈਨੂੰ ਇਹ ਕੁਐਸਚਨ ਹੈ ਦਵਿੰਦਰ ਜੀ, ਸਮਿੰਦਰ ਜੀ ਕੁਲਦੀਪ ਸਾਹਿਬ ਦੇ ਜਥੇਦਾਰ ਨੂੰ ਹਟਾਉਣ ਵਾਸਤੇ ਹੈ ਜਾਂ ਜਿਹੜੇ ਬਾਬੇ ਨੂੰ ਮਾਫੀ ਦਿੱਤੀ ਗਈ ਆ ਉਹਨੂੰ ਰੀਕਨਸੀਡਰ ਕਰਨ ਵਾਸਤੇ ਹੈ? ਇੱਕ ਮੇਰਾ ਕੁਐਸਚਨ ਹੈ ਇੱਥੇ ਦਵਿੰਦਰ ਜੀ, ਜਿੱਦਣ ਇਹ ਹਾਦਸਾ ਵਾਪਰਿਆ, ਜਿੱਦਣ ਸਿੱਖਾਂ ਦੇ ਜਿੱਥੇ ਵੀ ਰਹਿੰਦੇ ਆ ਸਾਰਿਆਂ ਨੂੰ ਫੀਲਿੰਗ ਹਰਟ ਹੋਈ ਸੀ, ਆਪਾਂ ਇਹ ਸਾਰੇ ਜਾਣਦੇ ਆ। ਕੁਐਸਚਨ ਜੋ ਆਪਾਂ ਕਈ ਵਾਰ ਰੇਜ਼ ਕਰ ਚੁੱਕੇ ਹਾਂ ਦਵਿੰਦਰ ਜੀ ਕਿ ਨੌਨ ਸਿੱਖ ਨੂੰ, ਕਿਉਂਕਿ ਜੇ ਗੁਰਮੀਤ ਰਾਮ ਰਹੀਮ ਇਨਸਾਨ, ਉਹ ਆਂਦੇ ਕਿ ਮੈਂ ਤੇ ਇਨਸਾਨ ਇੱਕ ਅਦਰ ਰਿਲੀਜਨ ਚਲਾਇਆ ਵਾ, ਉਹਨੂੰ ਅਕਾਲ ਤਖਤ ਚ ਬੁਲਾਉਣਾ ਵੈਲਿਡ ਹੈ ਕਿ ਨਹੀਂ? ਦੂਜੀ ਗੱਲ ਦਵਿੰਦਰ ਜੀ, ਜੇ ਸਿੱਖਾਂ ਨੂੰ ਲੱਗਦਾ ਜਾਂ ਚਲੋ ਸਾਰਿਆਂ ਨੂੰ ਲੱਗਦਾ ਸਾਨੂੰ ਸਾਡੀ ਇਹ ਗਲਤ ਕੀਤਾ ਬਾਬੇ ਨੇ, ਕਿ ਅਸੀਂ ਕੋਈ ਲੀਗਲ ਐਕਸ਼ਨ ਲਿਆ, ਕਿਉਂਕਿ ਅਸੀਂ ਲੀਗਲ ਤਰੀਕੇ ਨਾਲ ਵੀ ਤੁਹਾਨੂੰ ਟਰਬਲ ਚ ਫਸਾ ਸਕਦੇ ਹਾਂ। ਦੇਖੋ, ਜਦੋਂ ਲੀਗਲ ਐਕਸ਼ਨ ਲੈਣ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਮੁੱਖ ਸਕੱਤਰ ਦੀ ਨਿਯੁਕਤੀ ਆ ਉਹ ਹਾਈ ਕੋਰਟ ਨੇ ਪਿਛਲੇ ਕੁਝ ਦਿਨ ਪਹਿਲਾਂ ਹੀ ਰੋਕੀ ਆ। ਜੇ ਅਸੀਂ ਲੀਗਲ ਜਾਣ ਲਈ ਸਾਨੂੰ ਅਦਾਲਤਾਂ ਦੇ ਦਰਵਾਜ਼ੇ ਖੜਕਾਉਣੇ ਪੈਣਗੇ, ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਅੱਜ ਦੀ ਸਥਿਤੀ ਆ ਦੇਖਿਆ ਜਾਵੇ ਉਹ ਕਾਰਜਕਾਰਨੀ ਆ, ਅਦਾਲਤ ਨੇ ਸਿਰਫ ਉਸ ਨੂੰ ਕੇਅਰ ਟੇਕਰ ਇੱਕ ਕਮੇਟੀ ਬਣਾਇਆ ਹੋਇਆ, ਇਹ ਕੋਈ ਮਾਨਤਾ ਨਹੀਂ ਦਿੱਤੀ ਹੋਈ, ਸਿਰਫ ਕੇਅਰ ਟੇਕਰ ਦਾ ਫਾਇਦਾ ਹੀ ਮੱਟੜ ਸਾਹਿਬ ਲੈ ਰਹੇ ਨੇ ਤੇ ਮੱਟੜ ਸਾਹਿਬ ਨੇ ਜਥੇਦਾਰ ਸਾਹਿਬ ਨੂੰ ਅਪੁਆਇੰਟ ਕੀਤਾ ਹੋਇਆ। ਸਾਡੀਆਂ ਆਪਣੀਆਂ ਹੀ ਗਲਤੀਆਂ ਨੇ ਜਦੋਂ ਅਸੀਂ ਸਿੱਖ ਖੜੇ ਹੋ ਜਾਂਦੇ ਹਾਂ ਕਿ ਸਹਿਜਧਾਰੀ ਸਿੱਖਾਂ ਨੂੰ ਅਸੀਂ ਵਿੱਚ ਨਹੀਂ ਵੜਨ ਦੇਣਾ। ਜੇ ਅਸੀਂ ਕੈਨੇਡਾ ਵਰਗੇ ਮੁਲਕ ਦੇ ਵਿੱਚ ਬਹਿ ਕੇ ਬਹੁਤ ਵੱਡੇ ਨਾਅਰੇ ਤਾਂ ਲਾਉਣੇ ਆ, ਪਰ ਜਦੋਂ ਗੁਰਦੁਆਰੇ ਵਿੱਚ ਬੈਠੇ ਕਮੇਟੀਆਂ ਦੇ ਵਿੱਚ ਮੀਟਿੰਗਾਂ ਕਰਦੇ ਆ ਤਾਂ ਉਹੀ ਸਹਿਜਧਾਰੀ ਪੱਪ ਜਿਹੜੇ ਸਿੱਖ ਨੇ ਉਹਨਾਂ ਬਾਰੇ ਗੱਲਾਂ ਕਰਦੇ ਆ। ਵੋਟਾਂ ਲੈਣ ਲਈ, ਚੰਦੇ ਲੈਣ ਲਈ ਸਹਿਜਧਾਰੀ ਸਿੱਖ, ਵੋਟਾਂ ਪਾਉਣ ਲਈ ਸਹਿਜਧਾਰੀ ਸਿੱਖ ਬਾਹਰ ਕੱਢ ਦਿੰਦੇ ਆ। ਮੈਂ ਕੁਲਬੀਰ ਸਿੰਘ ਦੀ ਗੱਲ ਨਾਲ ਵੀ ਸਹਿਮਤ ਹਾਂ ਕਿ ਜਿਹੜਾ ਇੱਕ ਤਾਂ ਕੁਐਸਚਨ ਹੋਣਾ ਚਾਹੀਦਾ ਕਿ ਸਿਰਫ ਜਥੇਦਾਰ ਨੂੰ ਹਟਾਉਣਾ ਚਾਹੀਦਾ ਜਾਂ ਬਾਬੇ ਨੂੰ ਜਿਹੜੀ ਮਾਫੀ ਦੇਣ ਦੀ ਮਰਿਆਦਾ ਸੀ, ਕਿਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹ ਭੰਗ ਤਾਂ ਨਹੀਂ ਕਰ ਦਿੱਤੀ? ਜੇ ਭੰਗ ਕਰ ਦਿੱਤੀ ਤਾਂ ਉਸ ਦੀ ਕੀ ਸਜ਼ਾ, ਉਸ ਨੂੰ ਅਹੁਦੇ ਤੋਂ ਮੁਕਤ ਕੀਤਾ ਜਾਵੇ ਜਾਂ ਕੋਈ ਪ੍ਰੇਰਨਾ ਦਿੱਤੀ ਜਾਵੇ ਕਿ ਅੱਗੇ ਵਾਸਤੇ ਇਹੋ ਜਿਹੀ ਪ੍ਰੋਬਲਮ ਨਾ ਆਵੇ। ਦੂਜੇ ਪਾਸੇ ਕਿਤੇ ਨਾ ਕਿਤੇ ਪਰਮਿੰਦਰ ਸਿੰਘ ਦੀ ਗੱਲ ਨਾਲ ਵੀ ਸਹਿਮਤ ਹਾਂ ਕਿ ਜਦੋਂ ਐਡਾ ਵੱਡਾ ਸੰਕਟ ਹੀ ਆਇਆ ਹੋਇਆ ਤਾਂ ਸਿੱਖ ਸੰਗਤ ਆ ਉਸ ਨੂੰ ਵੀ ਕਿਤੇ ਨਾ ਕਿਤੇ ਤਾਂ ਜੁੜਨਾ ਹੀ ਪੈਣਾ। ਤੀਜੇ ਪਾਸੇ ਹਰਪ੍ਰੀਤ ਜੀ ਤੁਹਾਡੀ ਗੱਲ ਨਾਲ ਵੀ ਸਹਿਮਤ ਹਾਂ, ਪਰ ਇੱਕ ਸਵਾਲ ਤੁਹਾਡੇ ਲਈ ਰੱਖਦਾ ਕਿ ਪਿੱਛੇ ਜੇ ਜਦੋਂ ਇਸ ਗੱਲ ਪਿੱਛੇ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ,
ਇਹ ਪੰਜਾਬ ਬੰਦ ਦਾ ਸੱਦੇ ਨੂੰ ਕੋਈ ਭਰਮਾ ਹੰਗਾਰਾ ਨਹੀਂ ਮਿਲਿਆ, ਚਾਹੇ ਸਿੱਖ ਜਥੇਬੰਦੀਆਂ ਨੇ ਸਾਰੀਆਂ ਨੇ ਦਿੱਤਾ ਸੀ, ਚਾਹੇ ਅੱਧ ਪਚੱਦੀਆਂ ਨੇ ਦਿੱਤਾ ਸੀ। ਪਰ ਲੈਟ ਮੀ ਆਸਕ ਯੂ ਅ ਵੈਰੀ ਸਟ੍ਰੇਟ ਫਾਰਵਰਡ ਕੁਐਸਚਨ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਹਾਲਾਤਾਂ ਦੇ ਵਿੱਚ ਜੇ ਕੋਈ ਪੋਲੀਟੀਕਲ ਇਨਫਲੂਐਂਸ ਹੋ ਰਿਹਾ ਜਿਸ ਨੂੰ ਅਸੀਂ ਨਕਾਰ ਵੀ ਨਹੀਂ ਸਕਦੇ, ਰੱਬ ਦਾ ਭਾਣਾ ਮੰਨ ਕੇ ਮੰਨ ਵੀ ਸਕਦੇ ਹਾਂ, ਤਾਂ ਕਿ ਇਹ ਇਸ਼ੂ 2017 ਦੀ ਇਲੈਕਸ਼ਨ ਦੇ ਵਿੱਚ ਰੱਖ ਕੇ ਉਸ ਨੂੰ ਸਰਬੱਤ ਦੇ ਭਲੇ ਦਾ ਨਾਂ ਨਾ ਦਿੱਤਾ ਜਾਵੇ ਕਿ ਸਿੱਖੋ ਜਿਹੜੀ ਸਰਕਾਰ ਆ ਇਹ ਤੁਹਾਡੇ ਭਾਣੇ ਅਕਾਲ ਤਖਤ ਨੂੰ ਵੀ ਯੂਜ਼ ਕਰ ਰਹੀ ਆ, ਤੁਸੀਂ ਇਸ ਸਰਕਾਰ ਦਾ ਸਾਥ ਨਾ ਦਿਓ। ਕਿ ਇਹ ਮੁੱਦਾ ਇੱਕ ਰਾਜਨੀਤਿਕ ਰੰਗ ਲਿਆ ਕੇ ਕभी ਰਾਜਨੀਤਿਕ ਪਾਰਟੀ ਨੂੰ ਵੀ ਜਨਮ ਦੇ ਸਕਦਾ? ਪਰਮਿੰਦਰ ਸਿੰਘ ਜੀ। ਦਵਿੰਦਰ ਜੀ ਬਿਲਕੁਲ ਸਹੀ ਗੱਲ ਆ। ਇਹਦੇ ਵਿੱਚ ਨਵੀਂ ਰਾਜਨੀਤਿਕ ਪਾਰਟੀ ਤਾਂ ਨਹੀਂ ਮੈਂ ਕਹੂੰਗਾ ਕਿ ਨਵੀਂ ਰਾਜਨੀਤਿਕ ਪਾਰਟੀ ਨੂੰ ਜਨਮ ਦੇਵੇ, ਕਿਉਂਕਿ ਆਲਰੇਡੀ ਪਾਰਟੀਆਂ ਇੰਨੀਆਂ ਕੁ ਪੰਜਾਬ ਦੇ ਵਿੱਚ ਹੈਗੀਆਂ ਕਿ ਉਹ ਇਸ ਨੂੰ ਰਾਜਨੀਤਿਕ ਮੁੱਦਾ ਜ਼ਰੂਰ ਬਣਾਉਣਗੀਆਂ, ਚਾਹੇ ਉਹ ਇੱਕ ਮਿੰਟ ਪਰਮਿੰਦਰ ਸਿੰਘ, ਇੱਕ ਮਿੰਟ ਮੈਂ ਕੁਐਸਚਨ ਨੂੰ ਥੋੜਾ ਜਿਹਾ ਹੋਰ ਇਲੈਬੋਰੇਟ ਕਰ ਦਿੰਦਾ ਜੀ। ਭਾਈ ਮੋਹਕਮ ਸਿੰਘ ਦੀ ਗੱਲ ਕਰਦੇ ਹਾਂ ਜੋ ਸੰਤ ਸਮਾਜ ਦੇ ਮੁਖੀ ਨੇ, ਜਾਂ ਤਾਂ ਮੈਨੂੰ ਇਹ ਕਹਿ ਦਿਓ ਕਿ ਭਾਈ ਮੋਹਕਮ ਸਿੰਘ ਪੋਲੀਟੀਕਲੀ ਇਨਫਲੂਐਂਸ ਨਹੀਂ ਹੈਗੇ। ਭਾਈ ਰਾਜੋਆਣਾ ਦੀ ਗੱਲ ਕਰਦੇ ਆ, ਇੱਕ ਖਬਰ ਹੋਰ ਵੀ ਸ਼ੇਅਰ ਕਰਨੀ ਸੀ, ਉਹਨਾਂ ਨੂੰ ਹਸਪਤਾਲ ਦੇ ਵਿੱਚ ਅੱਜ ਦਾਖਲ ਕਰਵਾਇਆ ਗਿਆ, ਉਹਨਾਂ ਦੀ ਸਿਹਤ ਖਰਾਬ ਹੋ ਗਈ ਆ। ਜਦੋਂ ਭਾਈ ਰਾਜੋਆਣੇ ਵਾਲੀ ਦੀ ਗੱਲ ਹੋਈ ਸੀ ਜੀ ਬਲਵੰਤ ਸਿੰਘ ਰਾਜੋਆਣੇ ਦੀ, ਉਸ ਵੇਲੇ ਸੰਤ ਸਮਾਜ ਨੂੰ ਰਾਜੋਆਣਾ ਸਾਹਿਬ ਨੇ ਬਾਹਰ ਕੱਢ ਦਿੱਤਾ ਸੀ ਕਿ ਕੀ ਡਰਾਮੇ ਕਰਦੇ ਹੋ, ਅੱਜ ਤੱਕ ਤਾਂ ਤੁਸੀਂ ਬੋਲੇ ਨਹੀਂ, ਪਹਿਲਾਂ ਤਾਂ ਬਾਦਲ ਕਰਦੇ ਹੋ, ਅੱਜ ਆਪਣੀਆਂ ਇੱਥੇ ਵੋਟਾਂ ਸੇਕਣ ਤੇ ਆ ਜਾਂਦੇ ਹੋ। ਜੇ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ਼ੱਕ ਕਰਦੇ ਆ ਕਿ ਭਾਈ ਮੋਹਕਮ ਸਿੰਘ ਤੇ ਅਸੀਂ ਉਸ ਨੂੰ ਕਲੀਨ ਚਿੱਟ ਦੇ ਦੇਵਾਂਗੇ ਕਿ ਸਰਬੱਤ ਖਾਲਸੇ ਦੇ ਵਿੱਚ ਜੋ ਤੁਸੀਂ ਆਪਣੀ ਰਾਜਨੀਤੀ ਕਰਦੇ ਆ ਸਾਰੇ ਸਿੱਖ ਉਸ ਨੂੰ ਰੱਬ ਦਾ ਭਾਣਾ ਮੰਨਣਗੇ? ਦਵਿੰਦਰ ਜੀ ਕੰਟਰੋਵਰਸ਼ੀਅਲ ਇਸ਼ੂਜ਼ ਬਹੁਤ ਸਾਰੇ ਹੈਗੇ, ਇਕੱਲੇ ਇੱਕ ਅਸੀਂ ਇਹ ਨਹੀਂ ਕਹਿ ਸਕਦੇ ਕਿ ਹਾਂਜੀ ਸੰਤ ਸਮਾਜ ਦੇ ਜਿਹੜੇ ਮੁਖੀ ਉਹਨਾਂ ਨਾਲ ਹੀ ਜੁੜਿਆ ਹੋਇਆ, ਹੋਰ ਬਹੁਤ ਸਾਰੇ ਆਰਗੇਨਾਈਜੇਸ਼ਨਸ ਇਹਦੇ ਵਿੱਚ ਹੈਗੀਆਂ ਜਿਨ੍ਹਾਂ ਉੱਤੇ ਕੋਈ ਨਾ ਕੋਈ ਦੋਸ਼ ਲੱਗੇ ਹੋਏ ਆ। ਸੋ ਉਹ ਅਗਰ ਅਸੀਂ ਭਾਈ ਰਾਜੋਆਣਾ ਜੀ ਦੀ ਗੱਲ ਕਰ ਲੈਂਦੇ ਹਾਂ ਕਿ ਉਹਨਾਂ ਨੂੰ ਕਿਹਾ ਸੀਗਾ ਕਿ ਹਾਂਜੀ ਤੁਸੀਂ ਦਰਕਿਨਾਰ ਕਰਤਾ, ਪਰ ਇੱਕ ਅਸੀਂ ਇਹ ਵੀ ਸਾਨੂੰ ਧਿਆਨ ਵਿੱਚ ਰੱਖਣਾ ਪੈਣਾ ਕਿ ਕਈ ਜਗ੍ਹਾ ਉਹ ਵੀ ਠੀਕ ਹੈਗੇ ਆ, ਉਹ ਵੀ ਕਈ ਜਗ੍ਹਾ ਉਹਨਾਂ ਵੱਲੋਂ ਸਟੈਪ ਠੀਕ ਚੱਕੇ ਗਏ ਆ। ਪਰ ਇਸ ਟਾਈਮ ਦੇ ਉੱਤੇ ਜਿਹੜੀ ਗੱਲ ਹੈਗੀ ਆ ਕਿ ਅਸੀਂ ਇਹ ਸਾਰੇ ਜਣੇ ਅੱਛੀ ਤਰ੍ਹਾਂ ਸਮਝ ਸਕਦੇ ਹਾਂ, ਚਾਹੇ ਅਸੀਂ ਇੱਥੇ ਬੈਠੇ ਹੋਏ ਹਾਂ, ਇੱਕ ਗੱਲ ਅਸੀਂ ਫੀਲ ਕਰਦੇ ਹਾਂ ਕਿ ਇਸ ਗੱਲ ਦਾ ਜਿਹੜਾ ਹੱਲ ਹੈਗਾ ਆ ਜੋ ਇਸ ਸਮੇਂ, ਚਾਹੇ ਉਹ ਤੁਸੀਂ ਗੱਲ ਕੀਤੀ ਹੈ ਕਿ ਬੰਦ ਦਾ ਭਰਮਾ ਹੰਗਾਰਾ ਨਹੀਂ ਮਿਲਿਆ ਪੰਜਾਬ ਦੇ ਵਿੱਚ, ਪਰ ਇਸ ਦੇ ਬਾਵਜੂਦ ਲੋਕਾਂ ਦੇ ਵਿੱਚ ਰੋਸ ਜ਼ਰੂਰ ਹੈਗਾ ਔਰ ਲੋਕ ਸਿਰਫ ਇਸ ਕਰਕੇ ਚੁੱਪ ਹੈਗੇ ਆ ਕਿ ਆਉਣ ਵਾਲੇ ਸਮੇਂ ਦੀ ਇੰਤਜ਼ਾਰ ਕਰਦੇ ਪਏ, ਕਿਉਂਕਿ ਆਲਰੇਡੀ ਸਿੱਖ ਆਰਗੇਨਾਈਜੇਸ਼ਨ ਜਿਹੜੀਆਂ ਆ ਇਸ ਚੀਜ਼ ਦਾ ਵਿਰੋਧ ਕਰਦੀਆਂ ਪਈਆਂ ਤੇ ਉਹ ਸ਼ਾਇਦ ਇਹ ਇੰਤਜ਼ਾਰ ਕਰਦੇ ਪਏ ਆ ਕਿ ਹਾਂਜੀ ਸਿੱਖ ਆਰਗੇਨਾਈਜੇਸ਼ਨਸ ਕੀ ਫੈਸਲਾ ਲੈਂਦੀਆਂ ਤੇ ਉਹਦੇ ਨਾਲ ਅਸੀਂ ਕਿੱਧਰਲੇ ਪਾਸੇ ਖੜਨਾ ਆ ਔਰ ਸਾਡੇ ਕੋਲ ਕਿਹੜੇ ਫੈਕਟਸ ਅਵੇਲੇਬਲ ਅੱਗੇ ਆਉਣਗੇ। ਉਸ ਤੋਂ ਬਾਅਦ ਹੀ ਅਸੀਂ ਕੁਛ ਨਾ ਕੁਛ ਉਹਦੇ ਉੱਤੇ ਫੈਸਲਾ ਜਾਂ ਉਹਦੇ ਪਾਸੇ ਉਸ ਤੋਂ ਬਾਅਦ ਹੀ ਅਸੀਂ ਆਪਣਾ ਪੱਖ ਜਿਹੜਾ ਹੈ ਅੱਗੇ ਰੱਖਾਂਗੇ। ਕੁਲਬੀਰ ਸਿੰਘ ਜੀ ਇਹ ਗੱਲ ਨਾ ਕੀਤੀ ਜਾਵੇ, ਨਹੀਂ ਕੁਲਬੀਰ ਸਿੰਘ ਜੀ ਗੱਲ ਸੁਣੋ ਕਿ ਜੇ ਸਰਬੱਤ ਦੇ ਖਾਲਸੇ ਨੂੰ ਪਰੇ ਛੱਡ ਕੇ ਜੇ ਗੱਲਬਾਤ ਇਹ ਕੀਤੀ ਜਾਵੇ ਕਿ ਜੋ ਹੋਣਾ ਸੀ ਉਹ ਠੀਕ ਹੋ ਚੁੱਕਿਆ, ਹੁਣ ਅਦਾਲਤ ਦੇ ਜਾਂ ਉਸ ਫੈਸਲੇ ਦਾ ਇੰਤਜ਼ਾਰ ਕਰਨਾ ਚਾਹੀਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਦੋਂ ਹੋਣਗੀਆਂ, ਉਹਨਾਂ ਚੋਣਾਂ ਦੇ ਵਿੱਚ ਆਪਣਾ ਰੋਸ ਪ੍ਰਗਟਾਇਆ ਜਾ ਸਕਦਾ। ਪਰ ਜੇ ਗੱਲਬਾਤ ਕੀਤੀ ਜਾਵੇ ਰੋਸ ਦੀ, ਰੋਸ ਮੈਨੂੰ ਤਾਂ ਦਿਖਾਈ ਨਹੀਂ ਦਿੰਦਾ। ਪਿਛਲੇ 10 ਸਾਲਾਂ ਤੋਂ ਉਹੀ ਗਵਰਨਮੈਂਟ ਆ ਜਿੱਥੇ 10 ਸਾਲਾਂ ਤੋਂ ਹੀ ਰੋਸ ਚੱਲ ਰਿਹਾ ਤੇ ਉਸੇ ਗਵਰਨਮੈਂਟ ਦੇ ਸਿਰ ਤੇ ਅਸੀਂ ਤਾਜ ਪਹਿਰਾ ਦਿੰਨੇ ਆ। ਜਾਂ ਤਾਂ ਪ੍ਰਵਾਸੀ ਪੰਜਾਬੀ ਵੀ ਇਸ ਗੱਲ ਤੋਂ ਥੱਕ ਚੁੱਕੇ ਨੇ ਕਿ ਤੁਹਾਡਾ ਰੋਸ ਤੁਹਾਡੇ ਤੱਕ ਹੀ ਸੀਮਤ ਆ, ਗੱਲਾਂ ਆਉਂਦੇ ਨੇ ਹੱਕ ਦੇ ਵਿੱਚ ਅਸੀਂ ਵੀ ਨਾਰਾ ਮਾਰਦੇ ਆ, ਪਰ ਇਹ ਰੋਸ ਕਦੋਂ ਦਿਖਾਉਂਗੇ? ਬਿਲਕੁਲ ਜੀ, ਉਹਨਾਂ ਨੂੰ ਆਪਣਾ ਰੋਸ ਸਾਬਤ ਕਰਨ ਉਹਨਾਂ ਨੂੰ ਹਰ 5 ਸਾਲ ਬਾਅਦ ਟਾਈਮ ਮਿਲਦਾ, ਕਦੋਂ ਰੋਸ ਸਾਬਤ ਕਰਦੇ ਆ? ਮੈਨੂੰ ਤੇ ਜਿਹੜਾ ਪੂਰਾ ਐਪੀਸੋਡ ਹੀ ਹੈਗਾ ਨਾ ਜੀ, ਇਹ ਪੂਰਾ ਰਾਜਨੀਤਿਕ ਰੰਗ ਵਿੱਚ ਰੰਗਿਆ ਹੋਇਆ ਲੱਗਦਾ। ਪੰਜਾਬ ਕੋਲ ਕੀ ਮੁੱਦੇ ਹੈ ਨਹੀਂ, ਹੋਰ ਸਰਬੱਤ ਖਾਲਸਾ ਬੁਲਾਉਣਾ ਸੀ ਨਾ ਜੀ, ਤੇ ਉਹਨਾਂ ਲਈ ਬੁਲਾਓ ਜਿਨ੍ਹਾਂ ਦੀ ਉਮਰ 75 ਸਾਲ 85 ਸਾਲ 95 ਸਾਲ ਹੋ ਗਈ, ਜੇਲ੍ਹਾਂ ਵਿੱਚ ਸੜਦੇ ਆ 30 ਸਾਲ ਹੋ ਗਏ, ਉਹਦੇ ਲਈ ਸਰਬੱਤ ਖਾਲਸਾ ਕਿਉਂ ਨਹੀਂ ਬੁਲਾਇਆ? ਸਾਡੇ ਸੰਤ ਸਮਾਜ ਨੇ ਉਹਨਾਂ ਨੂੰ ਕਿਉਂ ਨਹੀਂ ਦੇਖਦੇ ਕਿ ਉਹ ਸਾਡੇ ਨਹੀਂ ਹੈਗੇ, ਕਿ ਉਹ ਸਿੱਖ ਨਹੀਂ ਹੈਗੇ ਜਿਨ੍ਹਾਂ ਨੇ ਸਿੱਖਾਂ ਖਾਤਰ ਇੰਨਾ ਕੁਝ ਕਰ ਦਿੱਤਾ, 30 ਸਾਲ 35 ਸਾਲ ਜੇਲ੍ਹਾਂ ਵਿੱਚ ਕੱਢ ਦਿੱਤੇ? ਉਹਦੇ ਲਈ ਬੁਲਾਓ ਸਰਬੱਤ ਖਾਲਸਾ। ਸਾਡੇ ਕੋਲ ਇੱਕ ਮੁੱਦਾ ਨਹੀਂ ਹੈਗਾ, ਸਰਬੱਤ ਖਾਲਸਾ ਬੁਲਾਉਣਾ ਚਾਹੀਦਾ। ਮੈਂ ਤਾਂ ਕਹਿੰਦਾ ਹਰ ਸਾਲ ਸਿੱਖਾਂ ਦੀ ਇੱਕ ਐਸਾ ਇਵੈਂਟ ਹੋਣਾ ਚਾਹੀਦਾ ਜਿੱਥੇ ਹਰ ਸਿੱਖ ਆਪਣਾ ਜਿਹੜਾ ਹੈਗਾ ਭਾਵ ਪ੍ਰਗਟ ਕਰ ਸਕੇ, ਉਹ ਆਪਣੀ ਰਾਏ ਰੱਖ ਸਕੇ। ਹਰ ਸਾਲ ਬੁਲਾਓ। ਕਿ ਆਪਾਂ ਕਿਉਂ ਬੁਲਾ ਰਹੇ ਹਾਂ? ਕਿ ਇਹ ਰਾਜਨੀਤੀ ਤੋਂ ਪ੍ਰਭਾਵਿਤ ਹੋ ਕੇ ਬੁਲਾ ਰਹੇ ਹਾਂ? ਰਾਜਨੀਤਿਕ ਪ੍ਰਭਾਵਾਂ ਦੇ ਵਿੱਚ ਸਰਬੱਤ ਖਾਲਸਾ ਬੁਲਾਉਣਾ ਬਿਲਕੁਲ ਠੀਕ ਨਹੀਂ ਹੈਗਾ। ਅਗਰ ਤੁਸੀਂ ਧਰਮ ਦੀ ਸੇਵਾ ਕਰਨੀ ਆ, ਅਗਰ ਸਿੱਖੀਜ਼ਮ ਬਾਰੇ ਗੱਲ ਕਰਨੀ ਆ, ਤਾਂ ਬੁਲਾਓ ਸਰਬੱਤ ਖਾਲਸਾ। ਦੇਖੋ ਉਹਨਾਂ ਸਿੱਖਾਂ ਵੱਲ, ਬਾਪੂ ਸੂਰਤ ਸਿੰਘ ਜੀ ਇੰਨੇ ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਨੇ, ਕਿੰਨੀ ਹੈਲਪ ਕਰਤੀ, ਕਿੰਨਾ ਪੰਜਾਬ ਬੰਦ ਦਾ ਸੱਦਾ ਦੇ ਦਿੱਤਾ, ਕਿੰਨੇ ਕੁ ਉਹਦੇ ਤੇ ਇਹਨਾਂ ਨੇ ਮੁਜ਼ਾਹਰੇ ਕਰ ਦਿੱਤੇ? ਨਹੀਂ ਕੀਤੇ ਜੀ। ਜੇ ਗੱਲਬਾਤ ਕੀਤੀ ਜਾਵੇ,
ਕੁਲਬੀਰ ਸਿੰਘ ਜੀ, ਗੱਲਬਾਤ ਮੁੱਦਿਆਂ ਦੀ ਕੀਤੀ ਜਾਵੇ ਤਾਂ ਇਸ ਸਦੀ ਦੇ ਵਿੱਚ ਜੇ ਸਿੱਖਾਂ ਤੇ ਕੋਈ ਜ਼ੁਲਮ ਹੋਇਆ ਤਾਂ 1984 ਦੇ ਉਸ ਵਾਪਰੇ ਦੁਖਾਂਤ ਕਤਲੇਆਮ ਨੂੰ ਕੋਈ ਵੀ ਸਿੱਖ ਨਹੀਂ ਭੁੱਲ ਸਕਦਾ। ਬਿਲਕੁਲ ਜੀ। 31 ਸਾਲ ਹੋ ਚੁੱਕੇ ਨੇ, 31 ਇਅਰਸ। ਕੀ ਇਹ ਸੰਤ ਸਮਾਜ ਦੇ ਮੁਖੀਆਂ ਨੂੰ ਜਾਂ ਜਿਹੜੇ ਅੱਜ ਸਰਬੱਤ ਖਾਲਸਾ ਇਸ ਗੱਲ ਨਾਲ ਬੁਲਾਉਣਾ ਚਾਹੁੰਦੇ ਨੇ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਸ ਰਾਜਨੀਤਿਕ ਪਾਰਟੀ ਦੀ ਸਾਈਡ ਲੈ ਕੇ ਉਸ ਡੇਰੇ ਦੇ ਬਾਬੇ ਦੇ ਮੁਖੀ ਨੂੰ ਮਾਫ ਕਰ ਦਿੱਤਾ ਕਿ ਆਉਣ ਜਿਹੜੀ ਅਕਾਲੀ ਦਲ ਬਾਦਲ ਸਰਕਾਰ ਆ ਉਸ ਨੂੰ ਸ਼ਾਇਦ ਵੋਟਾਂ ਦੇ ਵਿੱਚ ਪੈਦਾ ਹੋ ਸਕੇ। ਮੈਂ ਗੱਲ ਕਰਦਾ ਉਹਨਾਂ 31 ਸਾਲਾਂ ਦੇ ਵਿੱਚ, ਪਹਿਲੇ 31 ਸਾਲਾਂ ਵਿੱਚ ਸਰਬੱਤ ਖਾਲਸਾ ਕਿਉਂ ਨਹੀਂ ਬੁਲਾਇਆ ਗਿਆ ਕਿ ਕਾਂਗਰਸ ਦੀ ਸਪੋਰਟ ਕਰਨੀ ਆ, ਭਾਜਪਾ ਦੀ ਕਰਨੀ ਆ, ਅਕਾਲੀ ਦਲ ਬਾਦਲ ਦੀ ਕਰਨੀ ਆ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਨੂੰ ਕੀ ਸੇਧ ਦੇਣੀ ਆ। ਹਰਪ੍ਰੀਤ ਜੀ, ਕਿ ਸਿੱਖਾਂ ਦੇ ਹੋਏ ਉਸ ਕਤਲੇਆਮ ਨੂੰ ਇਸ ਮਾਫੀਨਾਮੇ ਦੇ ਨਾਲ ਕੰਪੇਅਰ ਵੀ ਕੀਤਾ ਜਾ ਸਕਦਾ ਜਾਂ ਨਹੀਂ? ਨਹੀਂ ਕੀਤਾ ਜਾ ਸਕਦਾ ਦਵਿੰਦਰ ਜੀ। ਆਈ ਥਿੰਕ ਕਾਫੀ ਵੱਡਾ ਇਸ਼ੂ ਸੀ ਤੇ ਜਿੱਥੇ ਵੀ ਸਿੱਖ ਬੈਠੇ ਨੇ, ਜੇ ਤੁਸੀਂ ਅੱਜ ਵੀ ਗੱਲ ਕਰੋਗੇ ਤਾਂ ਉਹਨਾਂ ਨੂੰ 1984 ਦਾ ਕਤਲੇਆਮ ਅਜੇ ਵੀ ਯਾਦ ਆ। ਕੁਝ ਕਾਫੀ ਸਿੱਖਾਂ ਦੀ ਇਦਾਂ ਦੀ ਪੋਪੂਲੇਸ਼ਨ ਹੈਗੀ ਆ ਜਿਹੜੀ ਉਹਨਾਂ ਇਹ ਵੀ ਕਹਿਣ ਲੱਗੀ ਕਿ ਇਹ ਗੱਲ ਛੱਡੋ, ਇਹ ਗੱਲ ਕਰਨ ਦਾ ਕੋਈ ਫਾਇਦਾ ਨਹੀਂ। ਪਰ ਹਾਂਜੀ, ਤੁਹਾਡੀ ਗੱਲ ਬਿਲਕੁਲ ਵੈਲਿਡ ਪੁਆਇੰਟ ਆ ਕਿ ਕਿਹੜੇ ਮੁੱਦੇ ਨੂੰ ਲੈ ਕੇ ਅਸੀਂ ਸਰਬੱਤ ਖਾਲਸਾ ਬੁਲਾ ਰਹੇ ਹਾਂ, ਕੀ ਡਿਸਾਈਡ ਕਰ ਰਹੇ ਹਾਂ। ਮੈਂ ਕੁਲਬੀਰ ਜੀ ਦੀ ਇਸ ਗੱਲ ਤੋਂ ਜ਼ਿਆਦਾ ਸਹਿਮਤ ਹਾਂ ਕਿ ਸਰਬੱਤ ਖਾਲਸਾ ਤੇ ਹਰ ਸਾਲ ਬੁਲਾਓ, ਕਿਉਂਕਿ ਜੇ ਸਿਸਟਮ ਠੀਕ ਕਰਨਾ ਵਾ, ਤੁਸੀਂ ਕਹੋ ਕਿ ਅਸੀਂ ਇੱਕ ਵਾਰੀ ਸਰਬੱਤ ਖਾਲਸਾ ਬੁਲਾ ਲਿਆ। ਪਰਮਿੰਦਰ ਜੀ ਨੇ 1999 ਦਾ ਐਗਜ਼ਾਮਪਲ ਦਿੱਤਾ, ਅਸੀਂ ਉਦੋਂ ਵੀ ਪਰਮਿੰਦਰ ਜੀ ਦੇ ਹਿਸਾਬ ਨਾਲ ਇੱਕ ਰਿਪਲੇਸਮੈਂਟ ਕੀਤੀ ਸੀ, ਪਰ 1999 ਤੋਂ ਲੈ ਕੇ 2015 ਤੱਕ ਦਵਿੰਦਰ ਜੀ, ਜੇ ਮੈਂ ਰੋਂਗ ਨਹੀਂ ਆ, ਤੇ ਹਾਲਾਤ ਵਿਗੜੇ ਹੋਣਗੇ, ਹਾਲਾਤ ਠੀਕ ਨਹੀਂ ਹੋਏ ਹੋਣਗੇ, ਤੇ ਇੱਕ ਕਾਰਨ ਕਰਕੇ ਸਰਬੱਤ ਖਾਲਸਾ ਬੁਲਾਉਣਾ, ਉਹਦੇ ਵਾਸਤੇ ਕੁਝ ਚੇਂਜਸ ਕਰਨੀਆਂ, ਇੱਕ ਰਿਪਲੇਸਮੈਂਟ ਕਰਨੀ, ਫਿਰ ਤੋਂ ਸ਼ਾਇਦ ਇਹ ਸਿਸਟਮ ਉਦਾਂ ਹੀ ਚੱਲੂਗਾ। ਹਾਂ, 6 ਮਹੀਨੇ ਨਾ ਚੱਲੇ, ਸਾਲ ਨਾ ਚੱਲੇ, 2 ਸਾਲ ਬਾਅਦ ਫਿਰ ਤੋਂ ਪੋਲੀਟੀਕਲ ਇਨਫਲੂਐਂਸ ਆਊਗਾ ਹੀ ਆਊਗਾ। ਦੂਜੀ ਦਵਿੰਦਰ, ਤੁਸੀਂ ਇਹ ਗੱਲ ਕੀਤੀ ਸੀ ਕਿ ਕੀ ਸਾਨੂੰ 2017 ਦੀ ਇਲੈਕਸ਼ਨਸ ਰੋਸ ਪ੍ਰਗਟ ਕਰਨਾ ਚਾਹੀਦਾ? ਬਿਲਕੁਲ ਕਰਨਾ ਚਾਹੀਦਾ, ਪਰ ਕੀ ਸਾਨੂੰ ਪੋਲੀਟੀਕਲ ਪਾਰਟੀ ਬਣਾਉਣੀ ਚਾਹੀਦੀ ਆ? ਜਿਹਦਾ ਆਨਸਰ ਹਾਂ ਜਾਂ ਨਾ ਦੋਵੇਂ ਹੀ ਆ। ਕਿਉਂਕਿ ਜੇ ਆਪਾਂ ਵੇਖ ਲਈ ਤੇ ਅਕਾਲੀ ਦਲ ਵੀ, ਕਿ ਜੇ ਪਿੱਛੇ ਜਾ ਕੇ ਆਪਾਂ ਵੇਖੀਏ, ਅਕਾਲੀ ਦਲ ਵੀ ਸਾਡੀ ਸਿੱਖਾਂ ਦੀ ਸਰਕਾਰ ਸੀ, ਤੇ ਅਕਾਲੀ ਦਲ ਵੀ ਜੋ ਅੱਜ ਕਰਦੀ ਪਈ ਆ, ਤੇ ਇੱਕ ਹੋਰ ਪੋਲੀਟੀਕਲ ਪਾਰਟੀ ਬਣਾ ਕੇ, ਇੱਕ ਹੋਰ ਹੋਪ ਜਗਾ ਕੇ 5-10 ਸਾਲ ਵਿੱਚ ਜੇ ਉਹ ਪਾਰਟੀ ਵੀ ਇਹੀ ਕੰਮ ਕਰਨ ਲੱਗੀ ਤੇ ਸ਼ਾਇਦ ਸਾਨੂੰ ਇਸ ਦੂਜੀ ਪਾਰਟੀ ਬਣਾਈ ਦਾ ਵੀ ਅਫਸੋਸ ਹੋਊਗਾ। ਕੀ ਭਾਈ ਮੋਹਕਮ ਸਿੰਘ ਨੂੰ ਉਸ ਪਾਰਟੀ ਦਾ ਲੀਡਰ ਬਣਾਉਣਾ ਚਾਹੀਦਾ ਜਿਨ੍ਹਾਂ ਨੇ ਸਰਬੱਤ ਖਾਲਸਾ ਬਣਾਉਣ ਦੀ ਕਾਲ ਕੀਤੀ ਆ? ਦਵਿੰਦਰ ਜੀ, ਦੇਖੋ, ਇਸ ਗੱਲ ਤੇ ਮੈਂ ਬਿਲਕੁਲ ਕਮੈਂਟ ਨਹੀਂ ਕਰਨਾ ਚਾਹੂੰਗਾ ਭਾਈ ਮੋਹਕਮ ਸਿੰਘ ਨੂੰ ਲੀਡਰ ਬਣਾਉਣਾ ਚਾਹੀਦਾ ਨਹੀਂ ਬਣਾਉਣਾ ਚਾਹੀਦਾ, ਕਿਉਂਕਿ ਫਿਰ ਆਪਾਂ ਸਾਰੇ ਜਾਣਦੇ ਹਾਂ ਕਿ ਸੰਤ ਸਮਾਜ ਵਿੱਚ ਵੀ ਕਾਫੀ ਇਸ਼ੂਜ਼ ਜੁੜੇ ਹੋਏ ਨੇ। ਸੰਤ ਸਮਾਜ ਨੇ ਵੀ, ਕੁਲਵੀਰ ਜੀ ਨੇ ਐਗਜ਼ਾਮਪਲ ਦਿੱਤਾ ਸੀ ਬਾਪੂ ਸੂਰਜ ਸਿੰਘ ਜੀ ਦਾ, ਜੋ ਉਹਨਾਂ ਦਾ ਅੰਦੋਲਨ ਚੱਲ ਰਿਹਾ, ਆਪਾਂ ਸਾਰੇ ਜਾਣਦੇ ਹਾਂ ਕਿ ਸੰਤ ਸਮਾਜ ਜੀ ਨੇ ਕਿੰਨਾ ਸਪੋਰਟ ਕੀਤਾ ਸੀ। 1984 ਦਾ ਐਗਜ਼ਾਮਪਲ ਦਿੱਤਾ ਤੁਸੀਂ, ਰਾਜੋਵਾਨਾ ਜੀ ਨਾਲ ਜੋ ਹੋਇਆ ਸੀ ਤੁਸੀਂ ਉਹ ਵੀ ਦੱਸਿਆ ਕਿ ਰਾਜੋਵਾਨਾ ਜੀ ਨੇ ਸਾਫ਼ ਮਨਾ ਕਰਤਾ ਸੀ। ਆਈ ਥਿੰਕ ਇਹ ਸਾਰੇ ਐਗਜ਼ਾਮਪਲ ਸਾਨੂੰ ਇਹ ਦੱਸਦੇ ਨੇ ਕਿ ਕਿਹਨੂੰ ਲੀਡਰ ਬਣਾਉਣਾ ਚਾਹੀਦਾ ਤੇ ਕਿਹਨੂੰ ਨਹੀਂ ਬਣਾਉਣਾ ਚਾਹੀਦਾ। ਪਰਮਿੰਦਰ ਸਿੰਘ ਜੀ। ਜੀ ਦਵਿੰਦਰ ਜੀ, ਗੱਲਬਾਤ ਜੀ ਚਲੋ ਗੋ ਹੈਡ। ਮੈਂ ਤੇ ਇਹੀ ਕਹਿਣਾ ਚਾਹੂੰਗਾ ਦਵਿੰਦਰ ਜੀ, ਬਹੁਤ ਵਧੀਆ ਪੁਆਇੰਟ ਹੈਗਾ ਹੈ, ਪਰ ਇਸ ਟਾਈਮ ਦੇ ਉੱਤੇ ਜਿਹੜਾ ਸਰਬੱਤ ਖਾਲਸਾ ਬੁਲਾਇਆ ਜਾਣਾ, ਇਹ ਮੈਂ ਸਮਝਦਾ ਕਿ ਉਹਦੀ ਜ਼ਰੂਰਤ ਬਿਲਕੁਲ ਇਸ ਟਾਈਮ ਦੇ ਉੱਤੇ ਹੈਗੀ ਸੀਗੀ, ਪਰ ਇੱਕ ਜਿਹੜਾ ਜਿਸ ਚੀਜ਼ ਨੇ ਟ੍ਰਿਗਰ ਕੀਤਾ ਉਸ ਚੀਜ਼ ਨੂੰ, ਉਹ ਇੱਕ ਜਿਹੜਾ ਇੱਕ ਤਰ੍ਹਾਂ ਸੂਚਿਤ ਤਰੀਕੇ ਨਾਲ ਕੰਮ ਨਹੀਂ ਸੀ। ਮਤਲਬ ਉਸ ਤੋਂ ਪਹਿਲਾਂ ਮੁੱਦੇ ਇਕੱਠੇ ਹੋ ਰਹੇ ਸੀਗੇ ਔਰ ਇਸ ਟਾਈਮ ਦੇ ਉੱਤੇ ਆ ਕੇ ਇਹ ਬਹੁਤ ਅਹਿਮ ਮੁੱਦਾ ਬਣਿਆ ਔਰ ਇਹਨੇ ਇਸ ਚੀਜ਼ ਨੂੰ ਟ੍ਰਿਗਰ ਕੀਤਾ ਕਿ ਹਾਂਜੀ ਸਾਨੂੰ ਸਰਬੱਤ ਖਾਲਸਾ ਬੁਲਾਇਆ ਜਾਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਜਿਹੜੇ ਹੋਰ ਵੀ ਮਸਲੇ ਲਟਕੇ ਹੋਏ ਆ ਉਸ ਚੀਜ਼ ਨੂੰ ਵੀ ਸੁਲਝਾਇਆ ਜਾਵੇ। ਉਹ ਕਿਸ ਤਰ੍ਹਾਂ ਕੰਮ ਕਰਨਾ ਹੈ ਔਰ ਕਿਸ ਤਰ੍ਹਾਂ ਅੱਗੇ ਦੀ ਰਣਨੀਤੀ ਬਣਾਉਣੀ ਹੈ ਜਾਂ ਜਿਹੜੀਆਂ ਸ਼ਾਰਟਕਮਿੰਗਸ ਹੈਗੀਆਂ ਉਹਨੂੰ ਕਿੱਦਾਂ ਠੀਕ ਕਰਨਾ ਹੈ ਉਹਦੇ ਉੱਤੇ ਬਿਲਕੁਲ ਵਿਚਾਰ ਕੀਤੇ ਜਾ ਸਕਦੇ ਆ। ਅੱਜ ਦਵਿੰਦਰ ਜੀ, ਇੱਕ ਚੀਜ਼ ਹੋਰ ਮੈਂ ਬਿਲਕੁਲ ਸਹਿਮਤ ਨਹੀਂ ਹਾਂ ਕਿ ਉਹਨਾਂ ਨੂੰ ਕੋਈ ਨਵੀਂ ਪੋਲੀਟੀਕਲ ਪਾਰਟੀ ਸਰਨਾ ਜੀ ਨਾਲ ਤੇ ਬਾਬਾ ਰੰਧਾਵਾ ਜੀ ਨਾਲ, ਦੋਵਾਂ ਤੋਂ ਸ਼ਾਇਦ ਇੱਕ ਨੇ ਆਖਿਆ ਕਿ ਸਾਨੂੰ ਸਰਬੱਤ ਖਾਲਸਾ ਦਾ ਹੁੰਗਾਰਾ ਕੈਨੇਡਾ ਅਮਰੀਕਾ ਤੋਂ ਤਾਂ ਮਿਲਿਆ ਵਾ, ਅੱਜ ਤੱਕ ਯੂਕੇ ਤੋਂ ਨਹੀਂ ਮਿਲਿਆ, ਤੁਸੀਂ ਸਾਰੇ ਵੀ ਸਾਡੀ ਸਪੋਰਟ ਕਰੋ। ਦੇਖੋ, ਮੇਰਾ ਇੱਥੇ ਇਹ ਕੁਐਸਚਨ ਹੈ ਕਿ ਸਰਬੱਤ ਖਾਲਸਾ ਬੁਲਾਉਣ ਵਾਸਤੇ ਸਿੱਖ ਇੰਟਰਨੈਸ਼ਨਲ ਅੱਜ ਹਰ ਕੰਟਰੀ ਵਿੱਚ ਨੇ, ਕਿ ਅਕਤੂਬਰ ਚ ਸਰਬੱਤ ਖਾਲਸਾ ਬੁਲਾਉਣਾ ਸਾਰੇ ਇਨਵੋਲਵ ਹੋ ਪਾਣਗੇ ਕਿ ਨਹੀਂ ਹੋ ਪਾਣਗੇ, ਇਹ ਵੀ ਇੱਕ ਕੁਐਸਚਨ ਮਾਰਕ ਹੈ। ਮੈਂ ਤੁਹਾਨੂੰ ਗੱਲ ਬੜਾ ਕਲੀਅਰ ਸਟੇਟ ਫਾਰਵਰਡ ਆਨਸਰ ਦੇ ਦੇਣਾ। ਯੈਸ, ਆਈ ਟਾਕ ਟੂ ਪਰਮਜੀਤ ਸਿੰਘ ਸਰਨਾ, ਜੋ ਕਿ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲਾਂ ਪ੍ਰਧਾਨ ਹੁੰਦੇ ਸੀ। ਕਾਫੀ ਲੰਬੇ ਸਮੇਂ ਤੋਂ ਸਰਨਾ ਬ੍ਰਦਰਸ ਦਾ ਅਸੀਂ ਨਾਮ ਸੁਣਿਆ, ਮੈਨੂੰ ਉਹਨਾਂ ਨਾਲ ਇੰਟਰਵਿਊ ਕਰਨ ਦਾ ਮੌਕਾ ਮਿਲਿਆ, ਉਹਨਾਂ ਦੇ ਵਿਚਾਰ ਸੁਣਨ ਦਾ ਮੌਕਾ ਮਿਲਿਆ। ਉਸ ਤੋਂ ਬਾਅਦ ਜਿਹੜੇ ਸੰਤ ਸਮਾਜ ਦੇ ਵੀ ਕਾਫੀ ਪ੍ਰੋਮੀਨੈਂਟ ਲੀਡਰ ਨੇ, ਸੰਤ ਬਾਬਾ ਹਰੀ ਸਿੰਘ ਰੰਧਾਵੇ ਵਾਲੇ ਜੀ, ਉਹਨਾਂ ਦੇ ਵੀ ਵਿਚਾਰ ਸੁਣੇ। ਪਰ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੂੰਗਾ, ਤੁਸੀਂ ਮੈਨੂੰ ਤਿੰਨੇ ਦੱਸਿਓ ਵੀ ਸਹਿਮਤ ਹੋ ਜਾਂ ਨਹੀਂ। ਮੈਂ ਇਹ ਸੋਚਦਾ
ਕਿ ਸਰਬੱਤ ਖਾਲਸਾ ਪੰਜਾਬ ਦੇ ਵਿੱਚ ਬੁਲਾਉਣਾ ਅੰਡਰ ਅਕਾਲੀ ਦਲ ਬਾਦਲ ਦੀ ਗਵਰਨਮੈਂਟ ਦੇ ਵਿੱਚ 1% ਵੀ ਚਾਂਸ ਨਹੀਂ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਸਿੱਖ ਜਥੇਬੰਦੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਅਲਾਓ ਵੀ ਕਰੂਗੀ ਕਿ ਉੱਥੇ ਸਰਬੱਤ ਖਾਲਸਾ ਵਰਗਾ ਕੋਈ ਇਕੱਠ ਹੋ ਸਕੇ। ਦੂਜੀ ਗੱਲ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਕਿ ਤੁਸੀਂ ਕੀਤਾ ਕਿ ਕੈਨੇਡਾ ਜਾਂ ਨਾਰਥ ਅਮਰੀਕਾ ਤੋਂ ਪ੍ਰਵਾਸੀਆਂ ਵੱਲੋਂ ਹੁੰਗਾਰਾ ਬਹੁਤ ਮਿਲਿਆ ਪਰ ਯੂਕੇ ਵੱਲੋਂ ਨਹੀਂ ਮਿਲਿਆ। ਹੰਗਾਰੇ ਦਾ ਤਾਂ ਸਾਨੂੰ ਕੈਨੇਡਾ ਅਮਰੀਕਾ ਦਾ ਨਹੀਂ ਪਤਾ, ਪਰ ਕੀ ਸਾਡੇ ਬੁਲਾਏ ਹੋਏ ਸਰਬੱਤ ਖਾਲਸਾ ਦਾ ਪੰਜਾਬ ਦੇ ਜਿਹੜੇ ਸਿੱਖ ਨੇ ਜਾਂ ਪੰਜਾਬ ਦੇ ਵੋਟਰ ਨੇ ਉਹ ਸਤਿਕਾਰ ਕਰਨਗੇ? ਉਹਨਾਂ ਤੇ ਕੁਐਸਚਨ ਮਾਰਕ ਜ਼ਰੂਰ ਲੱਗਦਾ, ਕਿਉਂਕਿ ਜਦੋਂ ਪੰਜਾਬ ਦੇ ਹਾਲਾਤਾਂ ਤੇ ਪ੍ਰਵਾਸੀ ਭਾਰਤੀ ਜਾਂ ਪ੍ਰਵਾਸੀ ਪੰਜਾਬੀ ਕੋਈ ਪੋਜੀਸ਼ਨ ਲੈਂਦੇ ਨੇ, ਅੱਜ ਤੱਕ ਪੰਜਾਬ ਦੇ ਵਿੱਚੋਂ ਮੁੜ ਕੋਈ ਓਨਾ ਹੰਗਾਰਾ ਨਹੀਂ ਆਇਆ ਕਿ ਇੱਧਰੋਂ ਸੰਦੇਸ਼ ਦਿੱਤੇ ਜਾਂਦੇ ਨੇ ਕਿ ਕਰਪਟ ਗਵਰਨਮੈਂਟਾਂ ਨੂੰ ਬਦਲੋ, ਧਰਮ ਪ੍ਰਤੀ ਜਿਹੜੀ ਨਫ਼ਰਤ ਵੱਧ ਰਹੀ ਆ ਉਸ ਵਾਲੀਆਂ ਗਵਰਨਮੈਂਟਾਂ ਨੂੰ ਬਦਲੋ। ਤਾਂ ਉਹ ਜਿਹੜੀਆਂ ਵੋਟਾਂ ਨੇ ਉਹ ਕਿਸੇ ਨਾ ਕਿਸੇ ਵਿੱਚ, ਕੋਈ ਕਹਿੰਦਾ ਮੈਂ ਸ਼ਰਾਬ ਪੀ ਕੇ ਵੇਚਤੀ, ਕੋਈ ਕਹਿੰਦਾ ਮੈਂ ਪੈਸੇ ਲੈ ਕੇ ਵੇਚਤੀ, ਕੋਈ ਕਹਿੰਦਾ ਮੈਂ ਟੀਵੀ ਲੈ ਕੇ ਵੇਚਤੀ, ਉਸ ਦਾ ਕੋਈ ਹੰਗਾਰਾ ਨਹੀਂ ਮਿਲਦਾ। ਸੋ ਇਹ ਗੱਲ ਤਾਂ ਪੱਕੀ ਆ ਕਿ ਨਾਰਥ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਸਰਬੱਤ ਖਾਲਸਾ ਪਹਿਲੀ ਗੱਲ ਤਾਂ ਹੋ ਹੀ ਨਹੀਂ ਸਕਦਾ, ਜੇ ਹੋਇਆ ਤਾਂ ਪੰਜਾਬ ਦੇ ਵਿੱਚ ਉਸ ਨੂੰ ਕੋਈ ਮਾਨਤਾ ਨਹੀਂ ਦਿੱਤੀ ਜਾਊਗੀ। ਦੂਜੇ ਪਾਸੇ ਸਰਬੱਤ ਖਾਲਸਾ ਪੰਜਾਬ ਦੇ ਵਿੱਚ ਅੰਡਰ ਅਕਾਲੀ ਦਲ ਬਾਦਲ ਦੀ ਗਵਰਨਮੈਂਟ ਦੇ ਨਾਲ ਫੋਰਗੇਟ ਅਬਾਊਟ ਇਟ ਲੋਕੀ ਇਸ਼ੂ ਉਠਾਉਂਦੇ ਨੇ। ਪਰ ਤੀਜਾ, ਜੇ ਤੁਸੀਂ ਮੈਨੂੰ ਹਾਲ ਪੁੱਛਣ ਦੀ ਕੋਸ਼ਿਸ਼ ਕਰੋ ਕਿ ਜੇ ਸਿੱਖ ਜਥੇਬੰਦੀਆਂ ਕਹਿੰਦੇ ਨੇ ਕਿ ਉਹਨਾਂ ਕੋਲੇ ਪ੍ਰੋਪਰ ਸਪੋਰਟ ਹੈਗੀ ਆ, ਪ੍ਰੋਪਰ ਲੋਕਾਂ ਦੇ ਵਿੱਚ ਰੋਸ ਤੇ ਵਿਰੋਧ ਹੈਗਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਵਿਰੋਧ ਕੀਤਾ ਜਾਵੇ, ਇਹ ਵਿਰੋਧ ਤੁਹਾਨੂੰ ਸੜਕਾਂ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਪੋਸਟਰਾਂ ਤੇ ਕਾਲੇ ਫੱਟੇ ਲਾ ਕੇ ਜੁੱਤੀਆਂ ਦੇ ਹਾਰ ਟੰਗ ਕੇ ਨਹੀਂ ਮਿਲਣੀ। ਜੇ ਸੱਚੀ ਇਹ ਗੱਲ ਹੈਗੀ ਆ, ਅਕਾਲ ਤਖਤ ਸਾਹਿਬ ਤੇ ਪਹੁੰਚੋ, ਧਰਨੇ ਦਿਓ, ਉੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੋਲੋ ਇਟ ਇਜ਼ ਅ ਇੰਟਰਨਲ ਪ੍ਰੋਬਲਮ, ਟਰਾਈ ਟੂ ਸੋਲਵ ਇੰਟਰਨਲੀ, ਡੋਂਟ ਟੇਕ ਇਟ ਆਊਟਸਾਈਡ ਦ ਸਟਰੀਟ। ਉਸ ਦੇ ਨਾਲ ਕਿਤੇ ਨਾ ਕਿਤੇ ਸਿੱਖ ਧਰਮ ਦੀ ਬਦਨਾਮੀ ਜ਼ਰੂਰ ਹੁੰਦੀ ਆ। ਪਰਮਿੰਦਰ ਸਿੰਘ ਜੀ ਤੋਂ ਸ਼ੁਰੂ ਕਰਦੇ ਹਾਂ। ਦਵਿੰਦਰ ਜੀ, ਬਿਲਕੁਲ ਮੈਂ ਇਸ ਚੀਜ਼ ਨਾਲ ਐਗਰੀ ਕਰਦਾ ਕਿ ਇਸ ਨੂੰ ਸੜਕਾਂ ਦੇ ਉੱਤੇ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਹੈਗੀ ਸਾਨੂੰ ਜੇ ਅਸੀਂ ਸਰਬੱਤ ਖਾਲਸਾ ਬੁਲਾਉਣਾ ਹੈ। ਤੁਹਾਡੀ ਇਹ ਵੀ ਗੱਲ ਸਹੀ ਹੈ ਕਿ ਪੰਜਾਬ ਦੇ ਵਿੱਚ ਹਰ ਹੀਲਾ ਵਰਤਿਆ ਜਾ ਸਕਦਾ ਆ ਪੰਜਾਬ ਸਰਕਾਰ ਵੱਲੋਂ ਕਿ ਇਹ ਸਰਬੱਤ ਖਾਲਸਾ ਨਾ ਹੋਵੇ, ਪਰ ਮੈਂ ਵੀ ਸਮਝਦਾ ਕਿ ਇੰਟਰਨੈਸ਼ਨਲ ਮੀਡੀਆ ਵੀ ਇਸ ਚੀਜ਼ ਨੂੰ ਵਾਚ ਕਰੂਗਾ ਕਿ ਅਗਰ ਸਰਬੱਤ ਖਾਲਸਾ ਹੁੰਦੀ ਹੈ ਤੇ ਆਈ ਥਿੰਕ ਮੀਡੀਆ ਦੇ ਅਦਾਰੇ ਇਸ ਟਾਈਮ ਦੇ ਉੱਤੇ ਕਾਫੀ ਜ਼ਿਆਦਾ ਸਟਰੋਂਗ ਹੈਗੇ ਆ, ਜਿੰਨੇ ਕਿ ਪਹਿਲਾਂ ਨਹੀਂ ਸੀਗੇ। ਸ਼ਾਇਦ ਉਹ ਕਿਸੇ ਨਾ ਕਿਸੇ ਤਰੀਕੇ ਪ੍ਰਭਾਵ ਕਰ ਸਕਦੇ ਆ। ਔਰ ਅਗਰ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਚਾਹੁੰਦੀ ਹੈ ਕਿ ਉਹ 2017 ਦੀ ਇਲੈਕਸ਼ਨ ਦੇ ਵਿੱਚ ਉਹ ਉਹਨਾਂ ਨੂੰ ਥੋੜ੍ਹੀਆਂ ਬਹੁਤ ਸੀਟਸ ਜਿਹੜੀਆਂ ਉਹ ਮਿਲ ਜਾਣ ਤੇ ਉਹ ਉਹਨਾਂ ਨੂੰ ਇਹ ਸਰਬੱਤ ਖਾਲਸਾ ਜਿਹੜਾ ਬੁਲਾਇਆ ਗਿਆ ਆ ਉਹਨੂੰ ਉੱਥੇ ਅਲਾਉ ਕਰਨਾ ਹੀ ਪੈਣਾ ਆ, ਉਹਨੂੰ ਉਹ ਮਨਾ ਨਹੀਂ ਕਰ ਸਕਦੇ। ਕੁਲਬੀਰ ਜੀ, ਤੁਹਾਡੇ ਕੋਲ ਮੈਂ ਜਾਵਾਂ ਉਸ ਤੋਂ ਪਹਿਲਾਂ ਥੋੜਾ ਜਿਹਾ ਕੁਐਸਚਨ ਐਡ ਕਰਨਾ ਚਾਹੁੰਦਾ ਹਾਂਜੀ ਕਿ ਕਦੇ ਤਾਂ ਸਾਨੂੰ 2020 ਰੈਫਰੈਂਡਮ ਬਾਰੇ ਯੂਐਨ ਜਾਣ ਲਈ ਕਿਹਾ ਜਾਂਦਾ, ਕਦੇ ਸਾਨੂੰ ਨਿਰਦੇਸ਼ ਦਿੱਤੇ ਜਾਂਦੇ ਆ ਕਿ ਪ੍ਰਵਾਸੀ ਪੰਜਾਬੀਓ ਯੂਐਨ ਦੇ ਵਿੱਚ ਚਲੇ ਜਾਓ, ਉੱਥੇ 1984 ਦੇ ਕਤਲੇਆਮ ਦਾ ਵਿਰੋਧ ਕਰੋ। ਕਦੇ ਕੋਈ ਹੋਰ ਗੱਲਾਂ ਦੀ ਹਾਂ ਦੇ ਵਿੱਚ ਹਾਂ ਭਰਨ ਲਈ ਨਿਰਦੇਸ਼ ਆਉਂਦੇ ਨੇ। ਅਸੀਂ ਪੰਜਾਬੀ ਪ੍ਰਵਾਸੀ ਪੰਜਾਬੀ ਮੁੜ ਸਤਿਕਾਰ ਕਰਦੇ ਹੋਏ ਉਹਨਾਂ ਸੰਦੇਸ਼ਾਂ ਦਾ ਪਾਲਣ ਵੀ ਕਰਦੇ ਆ। ਪੰਜਾਬੀ ਮੀਡੀਆ ਵੀ ਕੱਲ ਗੌਰ ਦੇ ਨਾਲ ਕਹਿੰਦਾ ਕਿ ਚਾਹੇ ਅਕਾਲੀ ਦਲ ਬਾਦਲ ਦੇ ਲਈ ਸੱਚੀ ਗੱਲ ਕਰਨੀ ਹੋਵੇ, ਜਿੰਨੇ ਪ੍ਰਵਾਸੀ ਮੀਡੀਆ ਵਾਲੇ ਨੇ ਸਾਰੇ ਇਸ ਵਧਾਈ ਦੇ ਪਾਤਰ ਨੇ ਕਿ ਘੱਟੋ ਘੱਟ ਨਿਊਟਰਲ ਰਹਿ ਕੇ ਸੱਚਾਈ ਦੇ ਬਾਰੇ ਤਾਂ ਬੋਲਦੇ ਨੇ। ਪਰ ਕੀ ਇਹ ਮੌਕਾ ਆ ਨਹੀਂ ਚੁੱਕਿਆ ਕਿ ਹੁਣ ਸਿੱਖ ਜਥੇਬੰਦੀਆਂ ਨੂੰ ਸੋਚਣ ਦੀ ਲੋੜ ਆ ਕਿ ਰੋਜ਼ ਇੱਕ ਨਵਾਂ ਨਾਰਾ ਲਾਉਣ ਦੀ ਲੋੜ ਨਹੀਂ। ਜੇ ਪੰਥ ਇੰਨਾ ਹੀ ਖਤਰੇ ਵਿੱਚ ਆ ਤਾਂ ਪੰਥ ਨੂੰ ਉਸੇ ਰੱਬ ਦੇ, ਉਸੇ ਮਹਾਰਾਜ ਦੇ, ਉਸੇ ਅਕਾਲ ਤਖਤ ਦੇ ਅੱਗੇ ਲੈ ਕੇ ਜਾਣਾ ਚਾਹੀਦਾ ਜਿੱਥੇ ਸਾਰੇ ਸਿੱਖ ਇਕੱਠੇ ਹੋ ਕੇ ਇਸ ਪੰਥ ਦੇ ਉੱਤੇ ਆਏ ਖਤਰੇ ਦੀ ਵਿਰੋਧਤਾ ਕਰ ਸਕਣ। ਬਿਲਕੁਲ ਜੀ, ਚਾਹੀਦਾ ਤੇ ਇਹੀ ਆ, ਪਰ ਗੱਲ ਤੇ ਇਹ ਆ ਕਿ ਜਿਹੜਾ ਆਪਾਂ ਸਰਬੱਤ ਖਾਲਸਾ ਬੁਲਾਉਣਾ ਉਹਦੇ ਵਿੱਚ ਕੌਣ ਲੋਕ ਰਿਪਰੈਜ਼ੈਂਟੇਟਿਵ ਹੋਣਗੇ, ਕੀ ਉਹਦਾ ਯਕੀਨ ਕਰੀਏ ਕਿ ਉਹ ਪੋਲੀਟੀਕਲੀ ਇਨਫਲੂਐਂਸ਼ੀਅਲ ਨਹੀਂ ਹੋਣਗੇ, ਉਹ ਪੋਲੀਟੀਕਲੀ ਉਹ ਰਾਜਨੀਤੀ ਨਾਲ ਜੁੜੇ ਹੋਏ ਹੋਣਗੇ, ਜਾਂ ਉਹਨਾਂ ਦੇ ਪਿੱਛੇ ਕਿਸੇ ਦਾ ਕੋਈ ਹੱਥ ਨਹੀਂ ਹੋਏਗਾ। ਅਸੀਂ ਕੀ ਸਾਰੇ ਵਰਲਡ ਦੇ ਵਿੱਚੋਂ ਸਿੱਖ ਜਿਹੜੇ ਹੈਗੇ ਆ ਉਹ ਆਪਣਾ ਵੋਟ ਕਰ ਸਕਦੇ ਨਹੀਂ, ਉਹਨਾਂ ਨੂੰ ਆਪਣਾ ਪ੍ਰਤੀਨਿਧ ਭੇਜਣਾ ਪਏਗਾ ਔਰ ਉੱਥੇ ਵੀ ਫਿਰ ਕਨਫਲਿਕਟ ਹੋ ਜਾਣੇ ਨੇ ਜੀ। ਇਹ ਮੇਰੀ ਜਿਹੜੀ ਸ਼ੁਰੂ ਚ ਗੱਲ ਕੀਤੀ ਸੀ ਕਿ ਇਹਦਾ ਇੱਕ ਖਰੜਾ ਤਿਆਰ ਹੋਣਾ ਚਾਹੀਦਾ, ਇਹਦਾ ਇੱਕ ਸਿਸਟਮ ਬਣਨਾ ਚਾਹੀਦਾ ਕਿ ਸਰਬੱਤ ਖਾਲਸਾ ਬੁਲਾਉਣਾ ਉਹ ਕਿੱਦਾਂ ਬੁਲਾਇਆ ਜਾਊਗਾ, ਉਹਦੇ ਚ ਕੌਣ ਕਿੱਦਾਂ ਵੋਟ ਕਰ ਸਕਦਾ, ਕੀ ਪੂਰੇ ਵਰਲਡ ਦੇ ਸਿੱਖ ਉਹਦੇ ਚ ਵੋਟ ਕਰ ਸਕਦੇ ਕਿ ਨਹੀਂ ਕਰ ਸਕਦੇ। ਅੱਜ ਕੱਲ੍ਹ ਇਲੈਕਟ੍ਰੋਨਿਕ ਮੀਡੀਆ ਹੈਗਾ, ਇੰਟਰਨੈਟ ਹੈਗਾ, ਬਹੁਤ ਕੁਝ ਹੈਗਾ, ਇਹ ਸੰਭਵ ਵੀ ਹੈਗਾ ਜੀ।
ਪਰ ਕਿ ਸਾਰਿਆਂ ਨੂੰ ਇੰਡੀਆ ਬੁਲਾਉਣਾ, ਉੱਥੇ ਗੱਲ ਕਰਨੀ, ਉਹ ਸੰਭਵ ਨਹੀਂ ਹੈਗਾ। ਉਹ ਜਿਸ ਤਰ੍ਹਾਂ ਪਹਿਲਾਂ ਗੱਲ ਵੀ ਹੋਈ ਹੈ ਕਿ ਉਹ ਉੱਥੇ ਦੀ ਸਰਕਾਰਾਂ ਨੇ ਵੀ ਸ਼ਾਇਦ ਸੰਭਵ ਨਹੀਂ ਹੋਣ ਦੇਣਾ। ਸਰਬੱਤ ਖਾਲਸਾ ਦੀ ਸਾਡੀ ਸਿੱਖ ਪਰ ਜੇ ਇਹਨਾਂ ਲੀਡਰਾਂ ਦੀ ਹੀ ਗੱਲ ਕੀਤੀ ਜਾਵੇ, ਕਿੰਤੂ ਪਰੰਤੂ ਸਾਨੂੰ ਵੀ ਬਹੁਤ ਨੇ। ਮੈਂ ਸੱਚੀ ਗੱਲ ਕਰਦਾ ਕਿ ਅੱਜ ਤੱਕ ਸਹਿਜਧਾਰੀ ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੋਟ ਪਾਉਣ ਦੇ ਲਈ ਆਪਣੇ ਅਧਿਕਾਰ ਨੂੰ ਲੈਣ ਲਈ ਹਾਲਾਂਕਿ ਹਾਈ ਕੋਰਟ ਨੇ ਪ੍ਰਵਾਨਗੀ ਦੇ ਦਿੱਤੀ, ਪਰ ਸੁਪਰੀਮ ਕੋਰਟ ਦੇ ਵਿੱਚ ਲੜਨਾ ਪੈ ਰਿਹਾ। ਦੂਜੇ ਪਾਸੇ ਜਦੋਂ ਇਹਨਾਂ ਤੇ ਸੰਕਟ ਆਇਆ, ਕਿਤੇ ਨਾ ਕਿਤੇ ਕੀ ਹਰਪ੍ਰੀਤ ਜੀ ਤੁਹਾਨੂੰ ਲੱਗਦਾ ਕਿ ਸਹਿਜਧਾਰੀਆਂ ਨੂੰ ਵੀ ਉਸ ਸਰਬੱਤ ਖਾਲਸੇ ਦੇ ਵਿੱਚ ਸੱਦਾ ਦਿੱਤਾ ਜਾਊਗਾ ਜਾਂ ਉਹਨਾਂ ਦੀ ਵੋਟ ਵੀ ਇਸ ਫੈਸਲੇ ਦੇ ਵਿੱਚ ਕੰਮ ਆਊਗੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਰੱਖਿਆ ਜਾਵੇ ਜਾਂ ਛੁੱਟੀ ਕਰ ਦਿੱਤੀ ਜਾਵੇ? ਦਵਿੰਦਰ ਜੀ, ਫਿਰ ਜੇ ਆਪਾਂ ਵੇਖੀਏ ਤੇ ਸਾਰਾ ਕੁਝ ਹੀ ਡਿਪੈਂਡ ਕਰੂਗਾ ਕਿ ਹਾਂਜੀ ਕਿਹਨੇ ਕਿੱਥੇ ਕਿਹਦਾ ਫਾਇਦਾ ਲੈਣਾ ਵਾ। ਮੈਨੂੰ ਲੱਗਦਾ ਕਿ ਸਰਬੱਤ ਖਾਲਸੇ ਵਿੱਚ ਸਹਿਜਧਾਰੀਆਂ ਨੂੰ ਵੋਟ ਪਾਉਣ ਦਾ ਜਾਂ ਅੱਗੇ ਆ ਕੇ ਬੋਲਣ ਦਾ ਸ਼ਾਇਦ ਮੌਕਾ ਦਿੱਤਾ ਜਾਵੇ, ਕਿਉਂਕਿ ਇੱਕ ਚੇਂਜ ਦੀ ਉਮੀਦ ਆ ਤੇ ਜਿੰਨੇ ਜ਼ਿਆਦਾ ਵੋਟਸ ਹੋਣਗੇ, ਜਿੰਨੇ ਜ਼ਿਆਦਾ ਲੋਕ ਨਾਲ ਜੁੜਨਗੇ, ਉਨਾ ਹੀ ਫਾਇਦਾ ਹੋਊਗਾ। ਪਰ ਹਾਂਜੀ, ਜੋ ਤੁਸੀਂ ਗੱਲ ਕੀਤੀ ਕਿ ਸਮੇਂ-ਸਮੇਂ ਜੇ ਜਦੋਂ ਫਿਰ ਆਪਾਂ ਵੋਟਾਂ ਦੀ ਗੱਲ ਕਰਾਂਗੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀ, ਉਦੋਂ ਸ਼ਾਇਦ ਕਹਿ ਦਿੱਤਾ ਜਾਵੇ ਕਿ ਨਹੀਂ, ਵੋਟ ਇੱਕ ਪਰਟੀਕੂਲਰ ਸਿੱਖਾਂ ਦਾ ਵਰਗ ਹੀ ਪਾਊਗਾ ਜਾਂ ਫਿਰ ਤੁਹਾਡੀ ਵੋਟਿੰਗ ਕੁਆਲੀਫਿਕੇਸ਼ਨ ਐਗਜ਼ੈਕਟਲੀ ਇਦਾਂ ਹੋਣੀ ਚਾਹੀਦੀ ਆ। ਬੇਸਿਕਲੀ ਕਿਤੇ ਆਪਾਂ ਕਰੇ ਹਰਪ੍ਰੀਤ ਜੀ, ਇੱਕ ਸਿੱਖ ਧਰਮ ਦੇ ਵਿੱਚ ਬੜੀ ਵੱਡੀ ਆ ਸਰਦਾਰ ਸਿਮਰਨਜੀਤ ਸਿੰਘ ਮਾਨ, ਮੈਂ ਬੜਾ ਸਤਿਕਾਰ ਕਰਦਾ, ਦੂਜੇ ਵੀ ਲੀਡਰ ਨੇ ਬੜਾ ਸਤਿਕਾਰ ਕਰਦਾ, ਪਰ ਜਦੋਂ ਵੀ ਕੋਈ ਮੁਸ਼ਕਲ ਆਉਂਦੀ ਆ ਯੂਨਾਈਟਿਡ ਨੇਸ਼ਨ ਦੇ ਵਿੱਚ ਪਹੁੰਚਣ ਦੀ ਗੱਲ ਕਰਦੇ ਨੇ। ਪਰ ਅੱਜ ਮੈਂ ਉਹਨਾਂ ਲੀਡਰਾਂ ਤੋਂ ਪੁੱਛਣਾ ਚਾਹੁੰਦਾ, ਜਦੋਂ ਸਹਿਜਧਾਰੀ ਸਿੱਖਾਂ ਨੂੰ ਨਾ ਤਾਂ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਕਰਦੇ ਹੋ, ਇੰਨੇ ਚਿਰ ਤੋਂ ਬਣੀ 1830 ਦੀ ਗੱਲਾਂ ਕਰਦੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਆ, ਇੱਕ ਵੀ ਸਹਿਜਧਾਰੀ ਨੂੰ ਸਿੱਖ ਨੂੰ ਤੁਸੀਂ ਆਪਣੀ ਕਮੇਟੀ ਦੇ ਵਿੱਚ ਨਹੀਂ ਸ਼ਾਮਲ ਕੀਤਾ। ਕਿ ਇਹ ਮਸਲਾ ਵੀ ਯੂਨਾਈਟਿਡ ਨੇਸ਼ਨ ਕੋਲੇ ਜਾਣਾ ਚਾਹੀਦਾ ਜਾਂ ਨਹੀਂ? ਪਰਮਿੰਦਰ ਸਿੰਘ ਜੀ, ਪਰ ਇੱਕ ਚੀਜ਼ ਮੈਂ ਇੱਥੇ ਪਰਮਿੰਦਰ ਸਿੰਘ ਜੀ, ਸੌਰੀ ਮੈਂ ਤੁਹਾਡੀ ਗੱਲ ਕੱਟਣ ਤੋਂ ਪਹਿਲਾਂ ਦਵਿੰਦਰ ਜੀ ਆਪਣਾ ਕਮੈਂਟ ਦੇ ਰਿਹਾ ਵਾਂ। UN ਜਾਣ ਦੀ ਗੱਲ ਕਰਦੇ ਆ ਆਪਾਂ, UN ਕੋਲੋਂ ਮੁੱਦੇ ਪੇਸ਼ ਕਰਨ ਦੀ ਗੱਲ ਕਰਦੇ ਆ, 2020 ਰੈਫਰੈਂਡਮ ਦੀ ਗੱਲ ਕਰਦੇ ਆ। ਕਿਤੇ ਨਾ ਕਿਤੇ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਸ਼ਾਇਦ ਇਹ ਨਹੀਂ ਹੋਊਗਾ। 2020 ਰੈਫਰੈਂਡਮ ਦੇ ਬਾਰੇ ਜਿਹੜਾ ਸਿੱਖ ਫॉर ਜਸਟਿਸ ਵਾਲੇ ਗੱਲਾਂ ਕਰਦੇ ਨੇ, ਥੋੜੇ ਦਿਨ ਪਹਿਲਾਂ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਦਵਿੰਦਰ ਜੀ, ਮੈਨੂੰ ਵੀਡੀਓ ਵੇਖ ਕੇ ਹੈਰਾਨੀ ਹੋ ਗਈ। ਸਿੱਖ ਫॉर ਜਸਟਿਸ ਦੇ ਇੱਕ ਰਿਪਰੈਜ਼ੈਂਟੇਟਿਵ ਉੱਥੇ ਕਮੈਂਟ ਕਰ ਰਹੇ ਸੀ ਕਿ ਇੰਡੀਆ ਵਿੱਚ ਹੁਣੇ ਥੋੜੇ ਦਿਨ ਪਹਿਲਾਂ ਰੈਫਰੈਂਡਮ ਹੋਇਆ ਵਾ, ਬੰਗਲਾਦੇਸ਼ ਤੋਂ ਜ਼ਮੀਨ ਲਈ ਗਈ ਹੈ। ਦਵਿੰਦਰ ਜੀ, ਤੁਹਾਨੂੰ ਪਤਾ ਆਪਾਂ ਐਜ਼ ਅ ਨਿਊਜ਼ ਚੈਨਲ ਕੰਮ ਕਰਦੇ ਆ, ਇੰਡੀਆ ਦੀ ਇਦਾਂ ਦੀ ਕੋਈ ਨਿਊਜ਼ ਨਹੀਂ ਹੈਗੀ ਜਿਹੜੀ ਸਾਡੀ ਅੱਖਾਂ ਤੋਂ ਨਾ ਬਚਦੀ ਹੋਵੇ। ਕਿਹੜਾ ਰੈਫਰੈਂਡਮ ਹੋਇਆ ਸੀ ਦਵਿੰਦਰ ਜੀ ਥੋੜੇ ਦਿਨ ਪਹਿਲਾਂ, ਜਿਹਦੇ ਨਾਲ ਬੰਗਲਾਦੇਸ਼ ਤੋਂ ਜ਼ਮੀਨ ਲਈ ਗਈ, ਇੱਕ ਜ਼ਮੀਨ ਸਵਾਪ ਕੀਤੀ ਗਈ ਸੀ, ਉਸ ਇਨਫੋਰਮੇਸ਼ਨ ਨੂੰ ਅੱਗੇ ਗਲਤ ਪ੍ਰੈਜ਼ੈਂਟ ਕੀਤਾ ਜਾ ਰਿਹਾ ਵਾ। ਭਗਤ ਕੌਣ ਰਿਹਾ ਵਾ ਇਸ ਇਨਫੋਰਮੇਸ਼ਨ ਤੋਂ? ਜਿਹੜੇ ਕੈਨੇਡਾ ਅਮਰੀਕਾ 'ਚ ਰਹਿੰਦੇ ਸਿੱਖ ਨੇ ਉਹ ਭਗਟਣਗੇ ਕਿ ਹਾਂਜੀ ਇੱਕ ਰੈਫਰੈਂਡਮ ਹੋਇਆ। ਪਰ ਹਰਪ੍ਰੀਤ ਜੀ, ਤੁਹਾਨੂੰ ਮੈਂ ਇੱਕ ਐਕਚੁਅਲੀ ਪੋਲੀਟੀਕਲ ਗੱਲ ਦੱਸ ਰਿਹਾ ਕਿ ਜੇ ਸਹਿਜਧਾਰੀ ਸਿੱਖ ਯੂਨਾਈਟਿਡ ਨੇਸ਼ਨ ਕੋਲੇ ਜਾਂਦੇ ਨੇ, ਉਹਨਾਂ ਨੂੰ ਯੂਨਾਈਟਿਡ ਨੇਸ਼ਨ ਕੋਲੇ ਜਾਣ ਦੀ ਲੋੜ ਨਹੀਂ, ਭਾਜਪਾ ਸਰਕਾਰ ਨੂੰ ਹੀ ਕਹਿ ਦੇਣ ਕਿ ਜਿਹੜੇ ਆ ਸਿੱਖ ਲੀਡਰ ਬਣੇ ਫਿਰਦੇ ਨੇ ਸਾਡੇ ਨਾਲ ਵੀ ਇੱਕ ਮਿਨੋਰਟੀ ਦਾ ਸਲੂਕ ਕਰ ਰਹੇ ਨੇ, ਤਾਂ ਗੱਲਬਾਤ ਉੱਥੇ ਹੀ ਸੋਲਵ ਹੋ ਜਾਊਗੀ। ਜੇ ਯੂਨਾਈਟਿਡ ਨੇਸ਼ਨ ਤੱਕ ਚਲੇ ਗਏ ਤਾਂ ਯੂਨਾਈਟਿਡ ਨੇਸ਼ਨ ਨੇ ਅੱਜ ਤੱਕ ਸਿੱਖਾਂ ਦੇ ਕਿਸੇ ਫੈਸਲੇ ਵਿੱਚ ਹਮਾਇਤ ਤਾਂ ਨਹੀਂ ਕੀਤੀ, ਪਰ ਇੱਥੇ ਤਾਂ ਗੱਲ ਬਣਦੀ ਆ, ਕਿਉਂਕਿ ਸਾਰਾ ਸੰਸਾਰ ਕਹੂਗਾ ਕਿ ਮਿਨੋਰਟੀਆਂ ਦੇ ਨਾਂ ਤੇ ਨਾਰੇ ਮਾਰ ਲਾਉਣਗੇ। ਇਹ ਸਿੱਖ ਆਪਣੇ ਆਪ ਦੇ ਵਿੱਚੋਂ ਵੀ ਉਹਨਾਂ ਸਿੱਖਾਂ ਤੋਂ ਇਹ ਫਰਜ਼ ਲੈ ਰਹੇ ਨੇ ਜੋ ਨਾ ਘਰ ਦੇ ਨਾ ਘਾਟ ਦੇ ਬਣਾ ਰਹੇ ਨੇ, ਨਾ ਤਾਂ ਸਿੱਖ ਧਰਮ ਦੇ ਵਿੱਚ ਰਹੇ, ਨਾ ਕਿਸੇ ਹੋਰ ਧਰਮ ਦੇ ਵਿੱਚ ਸ਼ਾਮਲ ਹੋਏ ਨੇ। ਪਰਮਿੰਦਰ ਸਿੰਘ ਜੀ, ਕੀ ਮੇਰੀ ਗੱਲ ਨਾਲ ਸਹਿਮਤ ਹੋ ਜਾਂ ਨਹੀਂ? ਦਵਿੰਦਰ ਜੀ, ਮੈਂ ਤੁਹਾਡੀ ਇਸ ਗੱਲ ਨਾਲ ਬਿਲਕੁਲ ਸਹਿਮਤ ਹੈਗਾ ਕਿ ਇਹ ਜਿਹੜਾ ਇਸ਼ੂ ਹੈਗਾ ਆ, ਇਹ ਬਹੁਤ ਕਾਫੀ ਲੰਬੇ ਸਮੇਂ ਤੋਂ ਲਟਕਿਆ ਚੱਲਿਆ ਆ ਰਿਹਾ ਤੇ ਇਹਨੂੰ ਸੋਲਵ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ। ਔਰ ਸ਼ਾਇਦ ਇਹ ਜਿਹੜਾ ਫੈਸਲਾ ਹੈਗਾ ਆ, ਇਹ ਆਉਣ ਵਾਲੇ ਜੇ ਸਰਬੱਤ ਖਾਲਸਾ ਦੀ ਮੀਟਿੰਗ ਦੇ ਵਿੱਚ ਇਸ ਉੱਤੇ ਵੀ ਫੈਸਲਾ ਲੈ ਲਿਆ ਜਾਵੇ ਤਾਂ ਬਹੁਤ ਵਧੀਆ ਗੱਲ ਹੋਊਗੀ। ਔਰ ਇਹ ਇੱਕ ਬਣਦਾ ਹੱਕ ਵੀ ਹੈਗਾ। ਔਰ ਅਗਰ ਕੋਈ ਸਹਿਜਧਾਰੀ ਰਹਿ ਕੇ ਮੈਂ ਇਹ ਮੇਰੇ ਪਰਸਨਲ ਐਕਸਪੀਰੀਅੰਸ ਦਾ ਦਵਿੰਦਰ ਜੀ ਕਿ ਕਈ ਮੈਂ ਸਹਿਜਧਾਰੀ ਦੇਖਿਆ ਜਿਹੜੇ ਸ਼ਾਇਦ ਇੱਕ ਜਿਹੜੇ ਪੂਰਨ ਗੁਰਸਿੱਖ ਹੈਗੇ ਆ ਸਾਡੇ ਸਿੰਘ ਸਜੇ ਹੋਏ, ਉਹਨਾਂ ਤੋਂ ਵੀ ਜ਼ਿਆਦਾ ਵਧੀਆ ਨੇ ਉਹ ਜੇ ਅਸੀਂ ਗੱਲ ਕਰ ਲਈਏ ਕਿ ਉਹਨਾਂ ਦੀ ਰਹਿਣੀ ਬਹਿਣੀ, ਉਹਨਾਂ ਦੀ ਬੋਲ ਚਾਲ ਉਹ ਸ਼ਾਇਦ ਬਹੁਤ ਜ਼ਿਆਦਾ ਉੱਤਮ ਹੋਊਗੀ ਉਹਨਾਂ ਨਾਲੋਂ ਵੀ।
ਜਿਹੜੇ ਅੱਜ ਕੱਲ ਬਾਹਰਲਾ ਭੇਖ ਬਣਾਇਆ ਹੋਇਆ ਹੈ ਤੇ ਅੰਦਰੋਂ ਖਾਤੇ ਪਤਾ ਨਹੀਂ ਕੀ ਕਰਦੇ ਆ। ਸੋ ਐਟਲੀਸਟ ਉਹ ਆਪਣੇ ਧਰਮ ਦੇ ਪ੍ਰਤੀ ਇੱਕ ਚੀਜ਼ ਨੂੰ ਲੈ ਕੇ ਤਾਂ ਉਹ ਪੂਰੀ ਤਰ੍ਹਾਂ ਪ੍ਰੋਪਰ ਉਹ ਨਾਲ ਕਹਿੰਦੇ ਇਮਾਨਦਾਰੀ ਨਾਲ ਆਪਣੇ ਆਪ ਧਰਮ ਨੂੰ ਜੀਂਦੇ ਪਏ ਆ ਜਾਂ ਉਹਨੂੰ ਉਹਦਾ ਨਿਰਵਾਹ ਕਰਦੇ ਪਏ ਆ ਕਿ ਤੁਹਾਨੂੰ ਸਿਰਫ ਅੰਮ੍ਰਿਤ ਛਕਣਾ ਹੀ ਜ਼ਰੂਰੀ ਨਹੀਂ ਹੈਗਾ, ਤੁਹਾਨੂੰ ਐਕਚੁਅਲ ਦੇ ਵਿੱਚ ਟੀਚਿੰਗਸ ਕੀ ਹੈਗੀਆਂ ਧਰਮ ਦੀਆਂ, ਉਹ ਥੋੜਾ ਧਾਰਮਿਕ ਚੱਲ ਜਾਂਦੀ ਹੈ ਇਹ ਗੱਲ, ਪਰ ਐਕਚੁਅਲ ਟੀਚਿੰਗਸ ਕੀ ਹੈਗੀਆਂ ਉਹਦੇ ਉੱਤੇ ਨਹੀਂ ਅਸੀਂ ਜਾਂਦੇ। ਅਸੀਂ ਬਾਹਰਲਾ ਦਿਖਾਵਾ ਜਿਹੜਾ ਅਸੀਂ ਉਸ ਚੀਜ਼ ਨੂੰ ਜਿਹੜਾ ਇਸ ਟਾਈਮ ਮਹੱਤਤਾ ਦਿੰਦੇ ਪਏ ਹਾਂ। ਸ਼ਾਇਦ ਮੈਂ ਇਹੀ ਉਮੀਦ ਕਰ ਸਕਦਾ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਸ਼ੂ ਹੈਗਾ ਇਹਨੂੰ ਸੋਲਵ ਕੀਤਾ ਜਾਵੇ। ਪਰ ਇੱਥੇ ਦਵਿੰਦਰ ਜੋ ਤੁਸੀਂ ਗੱਲ ਕਰ ਰਹੇ ਜੋ ਆਈ ਥਿੰਕ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਮਾਈਨੋਰਿਟੀਜ਼ ਨੂੰ ਅੱਗੇ ਡਿਵਾਈਡ ਕੀਤਾ ਜਾ ਰਿਹਾ ਵਾ, ਡਿਫਰੈਂਟ ਮਾਈਨੋਰਿਟੀਜ਼ ਸ਼ਾਇਦ ਉਹਨਾਂ ਨੂੰ ਵੀ ਅੱਗੇ ਡਿਵਾਈਡ ਕੀਤਾ ਜਾ ਰਿਹਾ। ਬਿਲਕੁਲ ਕੁਲਬੀਰ ਸਿੰਘ ਜੀ ਮੈਂ ਗੱਲ ਇਸ ਤਰ੍ਹਾਂ ਰਿਹਾ ਜੇ ਹੁਣ ਗੱਲ ਉਹੀ ਆ ਗਈ ਜੀ, ਫਿਰ ਮੈਂ ਉੱਥੇ ਸਰਬੱਤ ਖਾਲਸਾ ਤੇ ਵਾਪਸ ਲੈ ਕੇ ਆਉਣਾ। ਜੇ ਇੰਨੇ ਸਾਲਾਂ ਦੇ ਵਿੱਚ ਮੇਰਾ ਇੱਕ ਕੁਐਸਚਨ ਸੁਣ ਲਓ ਕੁਲਬੀਰ ਸਿੰਘ ਜੀ, ਕੁਐਸਚਨ ਇਹ ਆ ਕਿ ਸਹਿਜਧਾਰੀਆਂ ਦਾ ਇਸ਼ੂ, 1984 ਦੇ ਕਤਲੇਆਮ ਦਾ ਇਸ਼ੂ, ਕੀ ਉਹ ਇਸ਼ੂ ਬਾਬੇ ਦੀ ਮਾਫੀ ਤੋਂ ਇੰਪੋਰਟੈਂਟ ਜ਼ਿਆਦਾ ਨੇ ਜਾਂ ਘੱਟ? ਬਿਲਕੁਲ ਜੀ, ਬਹੁਤ ਜ਼ਿਆਦਾ ਇੰਪੋਰਟੈਂਟ ਸੀ। 1984 ਦੇ ਇਸ਼ੂ ਦੇ ਉੱਪਰ ਜੇ ਸਾਰਿਆਂ ਨੂੰ ਆਪਾਂ ਅੱਜ ਤੱਕ ਦੁਖੀ ਆ, ਕਿਸੇ ਦੇ ਅੰਦਰੋਂ ਉਹ ਦਰਦ ਕਦੀ ਵੀ ਨਹੀਂ ਜਾਣਾ ਜੀ, ਕਦੀ ਵੀ ਨਹੀਂ ਜਾਣਾ। ਤੇ ਉਹ ਅਜੇ ਤੱਕ ਉਹਦੇ ਵਿੱਚ ਸਾਨੂੰ ਇਨਸਾਫ ਹਮੇ ਨਹੀਂ ਮਿਲਿਆ। ਜਿਨ੍ਹਾਂ ਲੋਕਾਂ ਨੇ ਉਹ ਕਤਲੋਗਾਰਤ ਕੀਤੀ ਹੋਈ ਆ, ਜਿਨ੍ਹਾਂ ਨੇ ਕਰਵਾਈ ਹੋਈ ਆ, ਉਹ ਅਜੇ ਉਦਾਂ ਹੀ ਤੁਰੇ ਫਿਰਦੇ ਨੇ। ਕੀ ਸਾਡੀ ਸਿੱਖ ਕੌਮ ਨੇ ਸਰਬੱਤ ਖਾਲਸਾ ਬੁਲਾ ਕੇ ਉਹਨਾਂ ਦੇ ਖਿਲਾਫ ਕੋਈ ਆਪਣਾ ਫੈਸਲਾ ਲਿਆ ਜਾਂ ਆਪਣੀ ਕੌਮ ਨੂੰ ਕੋਈ ਸੁਨੇਹਾ ਦਿੱਤਾ ਜਾਂ ਹੁਕਮ ਦਿੱਤਾ ਕਿ ਬਈ ਆਹ ਚੀਜ਼ ਕਰਨੀ ਆ, ਅਸੀਂ ਸਾਨੂੰ ਇਹਦਾ ਬਾਈਕਾਟ ਕਰਨਾ ਚਾਹੀਦਾ ਜਾਂ ਸਾਨੂੰ ਇਸ ਗੱਲ ਬਦਲੇ ਆਪਣਾ ਰੋਸ ਪ੍ਰਗਟ ਕਰਨਾ ਚਾਹੀਦਾ? ਨਹੀਂ, ਅਸੀਂ ਬਿਖਰੇ ਪਏ ਹਾਂ। ਕਿਉਂਕਿ ਮੈਨੂੰ ਤੇ ਇਹ ਜਿਹੜਾ ਮੈਂ ਤਾਂ ਕਿਹਾ ਸੀਗਾ ਕਿ ਸਰਬੱਤ ਖਾਲਸੇ ਦੀ ਜ਼ਰੂਰਤ ਨਹੀਂ, ਕਿਉਂਕਿ ਇਸ ਵਾਰ ਦਾ ਸਰਬੱਤ ਖਾਲਸਾ ਮੈਨੂੰ 100% ਰਾਜਨੀਤੀ ਤੋਂ ਪ੍ਰਭਾਵਿਤ ਲੱਗਦਾ ਹੈ।